ਤਾਂ ਜੇਕਰ ਗੱਲ ਕਰ ਲਈਏ ਹਸਨੀਨ, ਪਾਪਾ ਦੀ ਕਿੰਨੀ ਕੁ ਸਪੋਰਟ ਰਹੀ? ਕਿਉਂਕਿ ਮੈਂ ਸਵਾਲ ਪੁੱਛਿਆ ਨਹੀਂ ਸੀ, ਮੈਂ ਮੰਮਾ ਦਾ ਜ਼ਰੂਰ ਪੁੱਛ ਲਿਆ ਸੀ। ਚਲੋ ਜਦੋਂ ਤੁਸੀਂ ਇਸ ਪਲੇਟਫਾਰਮ 'ਤੇ ਪਹੁੰਚ ਗਏ, ਗੱਡੀ ਲੀ 'ਤੇ ਚੜ੍ਹ ਗਈ, ਤਾਂ ਫਿਰ ਉਸ ਤੋਂ ਬਾਅਦ ਪਾਪਾ ਦੀ ਕਿੰਨੀ ਕੁ ਸਪੋਰਟ ਰਹੀ? ਪਾਪਾ ਦੀ ਸਪੋਰਟ ਕਰਕੇ ਹੀ ਸਾਰਾ ਕੁਝ ਹੈ ਜੀ, ਜੋ ਵੀ ਹੈ। ਮੈਨੂੰ ਜਦੋਂ ਵੀ ਮੇਰੇ ਕੋਈ ਵੀ ਚੀਜ਼ ਰਿਲੀਜ਼ ਹੋਣ ਵਾਲੀ ਹੁੰਦੀ, ਪਾਪਾ ਨੇ ਦੇਖੀ ਹੁੰਦੀ ਹੈ। ਕਿੱਥੋਂ ਲੱਭ ਕੇ ਕੱਢ ਕੇ ਦੇਖ ਲੈਂਦੇ ਨੇ, ਮੈਨੂੰ ਨਹੀਂ ਪਤਾ। ਸਾਇੰਸ ਆਫ ਸਾਈਕਲਿੰਗ ਮੇਰੇ ਘਰ ਦੇ ਮਾਹੌਲ ਦੇ ਵਿੱਚ ਤਾਂ ਇਹ ਬਿਲਕੁਲ ਸਹੀ ਹੈ। ਮੇਰੇ ਫਾਦਰ ਨਾਲ ਜ਼ਿਆਦਾ ਬਣਦੀ ਹੈ ਤੇ ਮੇਰੇ ਬ੍ਰਦਰ ਦੀ ਮੇਰੇ ਮੰਮਾ ਨਾਲ ਜ਼ਿਆਦਾ ਬਣਦੀ ਹੈ। ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਸਹਿਯੋਗ ਨਹੀਂ ਮਿਲਦਾ, ਕਿਉਂਕਿ ਕਿਹਾ ਜਾਂਦਾ ਹੈ ਕਿ ਬੇਟਾ ਕਿਹੜੇ ਰਸਤੇ 'ਤੇ ਪੈ ਗਏ ਹੋ ਤੁਸੀਂ। ਪਰ ਤੁਸੀਂ ਇਹੀ ਟੌਪਿਕ ਕਿਉਂ ਚੁਣਿਆ ਆਪਣੇ ਰਿਸਰਚ ਲਈ? ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੀ। ਉਹਨਾਂ ਨੂੰ ਜ਼ਰੂਰ ਇੱਦਾਂ ਫੀਲ ਹੋਇਆ ਕਿ ਕੀ ਲੋੜ ਹੈ, ਕਿਉਂ ਮੈਂ ਸ਼ੁਰੂ ਤੋਂ ਪੜ੍ਹਾਈ ਦੇ ਵਿੱਚ ਵਧੀਆ ਰਹੀ ਤੇ ਮੇਰੇ ਵਧੀਆ ਨੰਬਰ ਆਉਂਦੇ ਰਹੇ, ਮੈਂ ਕਲਾਸ ਦੇ ਵਿੱਚ ਵਧੀਆ ਮੇਰੀ ਪੋਜੀਸ਼ਨਸ ਆਉਂਦੀਆਂ ਸੀ। ਪਰ ਇੱਕ ਪਰਿਵਾਰ ਨੂੰ ਆਪਦੇ ਬੱਚੇ ਦੀਆਂ ਆਦਤਾਂ ਦਾ, ਉਹਦੀ ਲਾਈਕਸ ਡਿਸਲਾਈਕਸ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ। ਗੱਲ ਕਰ ਲਈਏ, ਹਰ ਇਨਸਾਨ ਦੇ ਆਪਣੇ ਸੁਪਨੇ ਹੁੰਦੇ ਨੇ, ਲੇਕਿਨ ਉਸ ਦੇ ਸੁਪਨੇ ਸਾਕਾਰ ਕਰਨ ਦੇ ਵਿੱਚ ਉਸ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਉਹ ਉਹੀ ਇਨਸਾਨ ਜਾਣਦਾ ਹੁੰਦਾ ਹੈ ਜਿਸ ਨੇ ਆਪਣੇ ਸੁਪਨੇ ਸਾਕਾਰ ਕੀਤੇ ਹੁੰਦੇ ਨੇ। ਜੇਕਰ ਗੱਲ ਕਰ ਲਈਏ, ਖਾਸ ਕਰਕੇ ਜੇ ਧੀਆਂ ਦੀ ਗੱਲ ਕਰੀਏ, ਤਾਂ ਪਟਿਆਲਾ ਦੀਆਂ ਬਹੁਤ ਸਾਰੀਆਂ ਧੀਆਂ ਨੇ ਜਿਨ੍ਹਾਂ ਨੇ ਪਟਿਆਲਾ ਦਾ ਨਾਂ ਰੌਸ਼ਨ ਕੀਤਾ ਔਰ ਆਪਣੇ ਸੁਪਨਿਆਂ ਨੂੰ ਪੂਰਾ ਵੀ ਕੀਤਾ। ਬੇਸ਼ੱਕ ਗੱਲ ਕਰ ਲਈਏ ਨਵਨੀਤ ਕੌਰ ਢਿੱਲੋਂ, ਜਿਹਦੇ ਵੱਲੋਂ ਮਿਸ ਯੂਨੀਵਰਸ ਜਿਹੜਾ ਮੁਕਾਬਲਾ ਉਸ ਦੇ ਵਿੱਚ ਸੈਕਿੰਡ ਰਨਰ ਅਪ ਵਜੋਂ ਜਿੱਤਿਆ ਗਿਆ, ਤਾਂ ਦੂਜੇ ਪਾਸੇ ਸ਼ੂਟਰ ਦੀ ਗੱਲ ਕਰ ਲਈਏ, ਅਵਨੀਤ ਦੀ ਗੱਲ ਕਰ ਲਈਏ, ਤਾਂ ਬਹੁਤ ਸਾਰੀਆਂ ਧੀਆਂ ਹੈਗੀਆਂ ਪਟਿਆਲਾ ਦੀਆਂ ਜਿਨ੍ਹਾਂ ਨੇ ਪਟਿਆਲਾ ਦਾ ਨਾਂ ਵੱਡੇ ਪੱਧਰ 'ਤੇ ਰੌਸ਼ਨ ਕੀਤਾ। ਲੇਕਿਨ ਅੱਜ ਤੁਹਾਨੂੰ ਇੱਕ ਹੋਰ ਧੀ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਦਾ ਨਾਂ ਹੈ ਹਰਨੀਸ਼ ਚੌਹਾਨ। ਹਰਨੀਸ਼ ਚੌਹਾਨ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ, ਮਿਲਦੇ ਆ ਉਹਨਾਂ ਨੂੰ। ਪੰਜਾਬੀ ਸਿਨੇਮਾ ਦੇ ਵਿੱਚ, ਪੰਜਾਬੀ ਫਿਲਮ ਜਗਤ ਦੇ ਵਿੱਚ ਉਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਨੇ। ਗੱਲਬਾਤ ਕਰਾਂਗੇ ਕਿ ਕਿੰਨੀ ਕੁ ਮੁਸ਼ਕਿਲ ਰਹੀ, ਤਾਂ ਦੂਜੇ ਪਾਸੇ ਜੱਟ ਸਿੱਖ ਪਰਿਵਾਰ ਤੋਂ ਨੇ, ਤਾਂ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਸਹਿਯੋਗ ਮਿਲਿਆ, ਕਿੰਨੀਆਂ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਅਕਸਰ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਲੜਕੀਆਂ ਨੇ ਜਦੋਂ ਕਦੇ ਫਿਲਮ ਇੰਡਸਟਰੀ ਵੱਲ ਝੁਕਾਵ ਹੁੰਦਾ ਜਿਨ੍ਹਾਂ ਦਾ, ਤਾਂ ਕਿਤੇ ਨਾ ਕਿਤੇ ਪਰਿਵਾਰ ਨੇ ਜਿਹੜੇ ਉਹ ਸਹਿਯੋਗ ਨਹੀਂ ਕਰਦੇ। ਲੇਕਿਨ ਇਸ ਧੀ ਨੇ ਪਰਿਵਾਰ ਦੇ ਸਹਿਯੋਗ ਦੇ ਨਾਲ ਇੱਕ ਵੱਡਾ ਮਾਰਕਾ ਮਾਰਿਆ, ਕਈ ਕੰਪੀਟੀਸ਼ਨ ਵੀ ਜਿੱਤੇ ਨੇ, ਉਸ ਤੋਂ ਬਾਅਦ ਕਈ ਨਾਮੀ ਫਿਲਮਾਂ ਵੀ ਕੀਤੀਆਂ ਨੇ। ਤਾਂ ਆਓ ਚੱਲਦੇ ਹਾਂ, ਕਰਦੇ ਹਾਂ ਗੱਲਬਾਤ। ਸੋ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਦੇ ਮਾਰਕੇ ਨੇ ਜਿਹੜੇ ਧੀਆਂ ਵੱਲੋਂ ਮਾਰੇ ਜਾਂਦੇ ਨੇ। ਅਕਸਰ ਕਿਹਾ ਜਾਂਦਾ ਸੀ ਕਿ ਜਿਹੜੇ ਪੁੱਤ ਨੇ ਉਹ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਨੇ, ਲੇਕਿਨ ਜੇਕਰ ਹੁਣ ਗੱਲ ਕਰੀਏ ਤਾਂ ਧੀਆਂ ਕਿਤੇ ਨਾ ਕਿਤੇ 10 ਕਦਮ ਅੱਗੇ ਨਜ਼ਰ ਆਉਂਦੀਆਂ ਨੇ। ਤਾਂ ਸਾਡੇ ਨਾਲ ਇਸ ਸਮੇਂ ਹਸਨੀਨ ਚੌਹਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਉਹਨਾਂ ਵੱਲੋਂ ਇੱਕ ਵੱਡਾ ਮੁਕਾਮ ਹੈ ਜਿਹੜਾ ਹਾਸਿਲ ਕੀਤਾ ਗਿਆ। ਸਵਾਗਤ ਕਰ ਲੈਂਦੇ ਹਾਂ ਪਹਿਲਾਂ। ਹਸਨੀਨ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ ਕਿ ਫਿਲਮ ਲਾਈਨ ਦੇ ਵਿੱਚ ਅਕਸਰ ਜਿਹੜੇ ਜੱਟ ਸਿੱਖ ਪਰਿਵਾਰ ਹੈਗੇ ਨੇ, ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਸਹਿਯੋਗ ਨਹੀਂ ਮਿਲਦਾ, ਕਿਉਂਕਿ ਕਿਹਾ ਜਾਂਦਾ ਹੈ ਕਿ ਬੇਟਾ ਕਿਹੜੇ ਰਸਤੇ 'ਤੇ ਪੈ ਗਏ ਹੋ ਤੁਸੀਂ, ਇਹ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ। ਤਾਂ ਸਭ ਤੋਂ ਪਹਿਲਾਂ ਮੈਂ ਇਹੀ ਰਿਐਕਸ਼ਨ ਜਾਣਨਾ ਚਾਹੂੰਗਾ ਕਿ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ? ਪਰਿਵਾਰ ਦਾ ਸਹਿਯੋਗ ਹਮੇਸ਼ਾ ਨਾਲ ਹੀ ਸੀ ਜੀ। ਅਫਕੋਰਸ ਇਹ ਜ਼ਰੂਰ ਰਿਹਾ ਕਿ ਜਦੋਂ ਮੈਂ ਪਹਿਲੀ ਵਾਰ ਆਪਦੀ ਮਨ ਦੀ ਇੱਛਾ ਦੱਸੀ, ਤਾਂ ਉਹਨਾਂ ਨੂੰ ਜ਼ਰੂਰ ਇੱਦਾਂ ਫੀਲ ਹੋਇਆ ਕਿ ਕੀ ਲੋੜ ਹੈ, ਕਿਉਂ ਮੈਂ ਸ਼ੁਰੂ ਤੋਂ ਪੜ੍ਹਾਈ ਦੇ ਵਿੱਚ ਵਧੀਆ ਰਹੀ ਤੇ ਮੇਰੇ ਵਧੀਆ ਨੰਬਰ ਆਉਂਦੇ ਰਹੇ, ਮੈਂ ਕਲਾਸ ਦੇ ਵਿੱਚ ਵਧੀਆ ਮੇਰੀ ਪੋਜੀਸ਼ਨਸ ਆਉਂਦੀਆਂ ਸੀ। ਤਾਂ ਉਹਨਾਂ ਦੀ ਇੱਕ ਐਕਸਪੈਕਟੇਸ਼ਨ ਇੱਦਾਂ ਸੀ ਕਿ ਇਹ ਪੜ੍ਹਾਈ ਦੇ ਵਿੱਚ ਹੀ ਜ਼ਰੂਰ ਕੁਝ ਵਧੀਆ ਕਰੂਗੀ, ਕੋਈ ਵਧੀਆ ਮੁਕਾਮ ਹਾਸਿਲ ਕਰੂਗੀ। ਪਰ ਇੱਕ ਪਰਿਵਾਰ ਨੂੰ ਆਪਦੇ ਬੱਚੇ ਦੀਆਂ ਆਦਤਾਂ ਦਾ, ਉਹਦੀ ਲਾਈਕਸ ਡਿਸਲਾਈਕਸ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਤਾਂ ਉਹਨਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਮੈਨੂੰ ਪੜ੍ਹਾਈ ਦੇ ਨਾਲ ਜਿਹੜੀਆਂ ਹੋਰ ਸਕੂਲ ਦੀਆਂ ਕੋ ਕਰਿਕੂਲਮ ਐਕਟੀਵਿਟੀਜ਼ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ
ਵੀ ਬਹੁਤ ਇੰਟਰਸਟ ਹੈ। ਤੇ ਜਦੋਂ ਮੈਂ ਆਪਦਾ ਐਕਟਿੰਗ ਦੇ ਸਫ਼ਰ ਸ਼ੁਰੂ ਕਰਨ ਦੇ ਬਾਰੇ ਇਹ ਇੱਛਾ ਜ਼ਾਹਿਰ ਕੀਤੀ ਮੈਂ ਆਪਦੇ ਪਰਿਵਾਰ ਦੇ ਨਾਲ, ਤਾਂ ਇੱਕ ਵਾਰ ਨੂੰ ਜ਼ਰੂਰ ਉਹਨਾਂ ਨੂੰ ਆਏ ਸੀ ਕਿ ਆਪਾਂ ਨੂੰ ਕੀ ਲੋੜ ਹੈਗੀ ਹੈ, ਲੇਕਿਨ ਉਸ ਤੋਂ ਬਾਅਦ ਸਾਰਾ ਜਿਹੜਾ ਉਹਨਾਂ ਦਾ ਸਹਿਯੋਗ ਰਿਹਾ ਉਹ ਬਹੁਤ ਵਧੀਆ ਰਿਹਾ। ਤੇ ਇਹ ਪਰਿਵਾਰ ਦੇ ਸਹਿਯੋਗ ਕਰਕੇ ਹੀ ਹੈ ਕਿ ਮੈਂ ਅੱਜ ਦੇ ਟਾਈਮ ਦੇ ਉੱਤੇ ਕੰਮ ਕਰ ਪਾ ਰਹੀ ਹਾਂ ਤੇ ਬਹੁਤ ਰਿਲੈਕਸਡ ਹੋ ਕੇ ਤੇ ਬਹੁਤ ਕੰਫਰਟੇਬਲ ਤੇ ਫ੍ਰੀ ਹੋ ਕੇ ਕੰਮ ਕਰ ਪਾ ਰਹੀ ਹਾਂ। ਤੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਸਪੋਰਟ ਹੈਗੀ ਹੈ ਉਹ ਤੁਹਾਡੀ ਸਭ ਤੋਂ ਵੱਡੀ ਸਟਰੈਂਥ ਹੈ, ਤੇ ਉਹ ਸਟਰੈਂਥ ਜਦੋਂ ਤੁਹਾਡੇ ਨਾਲ ਹੁੰਦੀ ਹੈ ਤਾਂ ਤੁਹਾਡਾ ਕੰਮ ਵੀ ਇੱਕ ਬਿਹਤਰੀਨ ਤਰੀਕੇ ਨਾਲ ਅੱਗੇ ਸਾਹਮਣੇ ਪੇਸ਼ ਹੁੰਦਾ ਹੈ। ਫਿਰ ਅਸੀਂ ਸਭ ਤੋਂ ਜਿਹੜਾ ਔਖਾ ਕੰਮ ਹੈਗਾ ਇਸ ਲਾਈਨ ਦੇ ਵਿੱਚ ਸੈਟਲ ਹੋਣਾ ਜਾਂ ਫਿਰ ਪਲੇਟਫਾਰਮ ਮਿਲਣਾ ਸਭ ਤੋਂ ਬੜਾ ਮੁਸ਼ਕਲ ਟਾਸਕ ਹੁੰਦਾ, ਤਾਂ ਫਿਰ ਕਿਸ ਤਰ੍ਹਾਂ ਦੇ ਨਾਲ ਬ੍ਰੇਕ ਮਿਲਿਆ, ਕਿਸ ਤਰ੍ਹਾਂ ਦੇ ਨਾਲ ਐਂਟਰੀ ਮਿਲੀ? ਕਿਉਂਕਿ ਸਭ ਤੋਂ ਵੱਡਾ ਜਿਹੜਾ ਕਹਿ ਲਈਏ ਕਿ ਆਪਾਂ ਟਾਰਗੇਟ ਹੁੰਦਾ, ਉਹ ਸਭ ਤੋਂ ਵੱਡਾ ਟਾਰਗੇਟ ਇਹ ਹੁੰਦਾ ਕਿ ਪਲੇਟਫਾਰਮ ਕਿਵੇਂ ਮਿਲੇਗਾ, ਕਿਉਂਕਿ ਬਹੁਤ ਸਾਰੇ ਲੋਕ ਸਟਰਗਲ ਕਰਦੇ ਨੇ, ਥੀਏਟਰ ਵੀ ਕਰਦੇ ਨੇ, ਥੀਏਟਰ ਕਰਨ ਤੋਂ ਬਾਅਦ ਸਟਰਗਲ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਮੁਕਾਮ ਹਾਸਲ ਨਹੀਂ ਹੁੰਦਾ। ਜੀ ਮੇਰੀ ਜਰਨੀ ਇਸ ਤਰੀਕੇ ਨਾਲ ਰਹੀ ਕਿ ਮੈਂ ਆਪਦੀ ਸਟੱਡੀਜ਼ ਕਰ ਰਹੀ ਸੀ ਅਤੇ ਮੈਨੂੰ ਇੱਕ ਚੀਜ਼ ਮਤਲਬ ਫੈਮਿਲੀ ਵੱਲੋਂ ਹਮੇਸ਼ਾ ਤੋਂ ਜੋ ਗਾਈਡ ਕੀਤਾ ਗਿਆ ਸੀ ਕਿ ਸਟੱਡੀਜ਼ ਨੂੰ ਛੱਡ ਕੇ ਦੂਜੇ ਪਾਸੇ ਨੂੰ ਬਿਲਕੁਲ ਵੀ ਜਾਣਾ, ਆਪਣੀ ਸਟੱਡੀਜ਼ ਪੂਰੀਆਂ ਕੰਪਲੀਟ ਕਰਨੀਆਂ ਨੇ। ਅਤੇ ਮੈਂ ਆਪਦੀ ਗ੍ਰੈਜੂਏਸ਼ਨ ਕਰ ਰਹੀ ਸੀ, ਤਾਂ ਮੈਂ ਸੋਚਿਆ ਕਿ ਗ੍ਰੈਜੂਏਸ਼ਨ ਕਰ ਰਹੀ ਤਾਂ ਮੈਨੂੰ ਵੀ ਹਲੇ ਨਹੀਂ ਪਤਾ ਸੀ ਕਿ ਕਿਸ ਤਰੀਕੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ। ਤਾਂ ਮੈਂ ਸੋਚਿਆ ਕਿ ਪੈਜੈਂਟਸ ਹੁੰਦੇ ਨੇ ਜੋ ਸਾਡੇ ਰੀਜਨਲ ਲੈਵਲਸ ਦੇ ਉੱਤੇ, ਕਿ ਕਿਉਂ ਨਾ ਪੈਜੈਂਟਸ ਦੇ ਵਿੱਚ ਟਰਾਈ ਕਰਕੇ ਦੇਖਿਆ ਜਾਵੇ। ਅਤੇ ਮੈਂ ਮਿਸ ਪੰਜਾਬ ਦੇ ਪੈਜੈਂਟ ਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਕੁਦਰਤੀ ਕਹਿ ਲਓ ਕਿ ਜਦੋਂ ਉਹ ਪੈਜੈਂਟ ਦੇ ਵਿੱਚ ਮੈਂ ਵਿਨਰ ਡਿਕਲੇਅਰ ਹੋਈ, ਤਾਂ ਉਹ ਪੈਜੈਂਟ ਦੇ ਜਿਹੜੇ ਸਾਡੇ ਡਾਇਰੈਕਟਰਸ ਸੀਗੇ ਉਹਨਾਂ ਦਾ ਕੰਟੈਕਟ ਸੀਗਾ, ਜਿਹੜੀ ਵੈੱਬ ਸੀਰੀਜ਼ ਆਈ ਸੀ ਸਾਡੀ ਯਾਰ ਜਿਗਰੀ ਕਸੂਤੀ ਡਿਗਰੀ, ਉਹਨਾਂ ਦੇ ਡਾਇਰੈਕਟਰਸ ਦੇ ਨਾਲ। ਅਤੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਇੱਕ ਕੈਰੈਕਟਰ ਦੀ ਰਿਕੁਆਇਰਮੈਂਟ ਸੀ ਅਤੇ ਮੈਂ ਉਹ ਕੈਰੈਕਟਰ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਫਿੱਟ ਬੈਠਦੀ ਹਾਂ, ਅਤੇ ਮੈਂ ਉਹ ਸੀਰੀਜ਼ ਵਾਸਤੇ ਸਿਲੈਕਟ ਹੋ ਗਈ। ਅਤੇ ਕੁਦਰਤੀ ਉਹ ਸੀਰੀਜ਼ ਪੰਜਾਬ ਦੀ ਬਹੁਤ ਵੱਡੀ ਹਿੱਟ ਸੀਰੀਜ਼ ਰਹੀ। ਤਾਂ ਇੱਦਾਂ ਕਰਦੇ ਕਰਦੇ ਮੈਂ ਨਾਲ ਆਪਦੀ ਸਟੱਡੀਜ਼ ਕੰਟੀਨਿਊ ਕੀਤੀਆਂ, ਅਤੇ ਜੋ ਵੀ ਛੋਟੇ ਛੋਟੇ ਮੌਕੇ ਮੈਨੂੰ ਮਿਲਦੇ ਰਹੇ, ਯਾਰ ਜਿਗਰੀ ਕਸੂਤੀ ਡਿਗਰੀ ਕਰਨ ਤੋਂ ਬਾਅਦ ਮੈਂ ਇੱਕ ਦੋ ਹੋਰ ਵੈੱਬ ਸੀਰੀਜ਼ ਕੀਤੀਆਂ, ਇੱਕ ਦੋ ਕੈਰੈਕਟਰ ਰੋਲਸ ਕੀਤੇ ਫਿਲਮਸ ਦੇ ਵਿੱਚ। ਜਿੱਦਾਂ ਵੀ ਛੋਟੇ ਛੋਟੇ ਮੌਕੇ ਮਿਲਦੇ ਰਹੇ ਮੈਂ ਕਰਦੀ ਰਹੀ, ਕਿਉਂਕਿ ਪੜ੍ਹਾਈ ਤਾਂ ਕਰਨੀ ਹੀ ਸੀ ਹਮੇਸ਼ਾ। ਇੱਦਾਂ ਉਸ ਟਾਈਮ ਦੇ ਉੱਤੇ ਜਦੋਂ ਮੈਂ ਪੜ੍ਹਾਈ ਕਰ ਰਹੀ ਸੀ ਉਦੋਂ ਇਹ ਨਹੀਂ ਸੋਚਿਆ ਸੀ ਕਿ ਬਿਲਕੁਲ ਹੀ ਐਕਟਿੰਗ ਵੱਲ ਹੋ ਜਾਣਾ ਹੈ ਅਤੇ ਸਭ ਕੁਝ ਛੱਡ ਦੇਣਾ ਹੈ, ਕਿ ਐਟਲੀਸਟ ਮੈਂ ਉਸ ਮੁਕਾਮ ਤੱਕ ਤਾਂ ਪਹੁੰਚਾਂ ਕਿ ਜਦੋਂ ਮੈਂ ਫੁੱਲ ਟਾਈਮ ਜੇ ਮੈਂ ਐਕਟਿੰਗ ਨੂੰ ਪਰਸਿਊ ਕਰ ਰਹੀ ਹਾਂ ਤਾਂ ਮੈਂ ਉਸ ਮੁਕਾਮ 'ਤੇ ਹੋਵਾਂ ਕਿ ਹਾਂ ਇਸ ਮੁਕਾਮ 'ਤੇ ਆ ਕੇ ਹੁਣ ਮੈਨੂੰ ਫੁੱਲ ਟਾਈਮ ਪਰਸਿਊ ਕਰਨਾ ਚਾਹੀਦਾ ਹੈ। ਤਾਂ ਜਦੋਂ ਤੁਣਕਾ ਸਾਡੀ ਫਿਲਮ ਰਿਲੀਜ਼ ਹੋਈ ਕੋਵਿਡ ਤੋਂ ਬਾਅਦ, ਉਹ ਕੋਵਿਡ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਸੀ, ਲੇਕਿਨ ਤੁਣਕਾ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਅਤੇ ਉਸ ਤੋਂ ਬਾਅਦ 'ਚ ਲੱਗਿਆ ਕਿ ਹਾਂਜੀ ਹੁਣ ਸਫ਼ਰ ਸ਼ੁਰੂ ਹੋ ਚੁੱਕਿਆ ਹੈ ਅਤੇ ਹੁਣ ਜ਼ਰੂਰ ਮੈਨੂੰ ਫੁੱਲ ਟਾਈਮ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਹਸ਼ਰੀਨ, ਸਭ ਤੋਂ ਔਖਾ ਕੰਮ ਹੁੰਦਾ ਐਕਟਿੰਗ ਕਰਨਾ, ਕਿਸੇ ਚੀਜ਼ ਨੂੰ ਐਕਟ ਕਰਨਾ, ਤਾਂ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਢਾਲਿਆ ਇਸ ਚੀਜ਼ ਦੇ ਵਿੱਚ? ਕਿਉਂਕਿ ਥੀਏਟਰ ਵੀ ਨਹੀਂ ਕੀਤਾ, ਲੇਕਿਨ ਫਿਰ ਵੀ ਬਹੁਤ ਵਧੀਆ ਤੁਹਾਡੀ ਐਕਟਿੰਗ ਅਸੀਂ ਵੀ ਦੇਖੀ ਹੈਗੀ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਟ ਕਰਦੇ ਹੋ। ਜਿਹੜਾ ਵੀ ਤੁਹਾਡਾ ਕਰੈਕਟਰ ਹੁੰਦਾ ਹੈ ਤਾਂ ਕਰੈਕਟਰ ਦੇ ਵਿੱਚ ਖੁੱਭ ਜਾਂਦੇ ਹੋ, ਤਾਂ ਫਿਰ ਇਹ ਕਿਸ ਤਰ੍ਹਾਂ ਸਿੱਖਿਆ? ਜੀ ਜਿਵੇਂ ਕਿ ਮੈਂ ਦੱਸਿਆ ਕਿ ਮੈਂ ਹਾਲੇ ਪੜ੍ਹਾਈ ਕਰ ਰਹੀ ਸੀ ਅਤੇ ਨਾਲ ਪਹਿਲਾਂ ਵੈੱਬ ਸੀਰੀਜ਼ ਸ਼ੁਰੂ ਹੋਈਆਂ, ਤਾਂ ਮੈਂ ਮਾਸਟਰਸ ਦੀ ਡਿਗਰੀ ਕੀਤੀ ਹੈ ਇੰਗਲਿਸ਼ ਦੇ ਵਿੱਚ। ਅਤੇ ਜਿਵੇਂ ਹੀ ਮੇਰੀ ਡਿਗਰੀ ਕੰਪਲੀਟ ਹੋਈ ਤਾਂ ਉਸ ਟਾਈਮ ਦੇ ਉੱਤੇ ਮੈਂ ਰਿਅਲਾਈਜ਼ ਕੀਤਾ ਕਿ ਹੁਣ ਮੇਰੇ ਕੋਲ ਥੋੜ੍ਹਾ ਟਾਈਮ ਸਪੈਨ ਹੈ, ਤਾਂ ਮੈਨੂੰ ਪ੍ਰੋਫੈਸ਼ਨਲੀ ਐਕਟਿੰਗ ਨੂੰ ਸਿੱਖਣ ਅਤੇ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਤਾਂ ਮੈਂ ਥੀਏਟਰ ਕੀਤਾ ਮੈਂ ਕੁਝ ਟਾਈਮ ਲਈ, ਮੈਂ ਜ਼ਿਆਦਾ ਲੰਬੇ ਟਾਈਮ ਲਈ ਥੀਏਟਰ ਨਹੀਂ ਕੀਤਾ, ਮੈਂ ਆਈ ਥਿੰਕ 8-9 ਮਹੀਨੇ ਥੀਏਟਰ ਕੰਟੀਨਿਊ ਕੀਤਾ। ਅਤੇ ਉਸ ਤੋਂ ਬਾਅਦ ਫਿਰ ਜੋ ਵੀ ਕੁਝ ਵੀ ਮੈਂ ਯੂਟਿਊਬ ਤੋਂ ਸਿੱਖ ਸਕਦੀ ਸੀ ਜਾਂ ਜੋ ਵੀ ਬੁੱਕਸ ਮੈਂ ਐਕਟਿੰਗ ਦੀ ਥਿਊਰੀਜ਼ ਦੇ ਰਿਲੇਟਡ ਪੜ੍ਹ ਸਕਦੀ ਸੀ, ਉਹ ਰੈਗੂਲਰ ਬੇਸਿਸ ਦੇ ਉੱਤੇ ਮੈਂ ਉਹਦਾ ਅਭਿਆਸ ਕਰਦੀ ਰਹਿੰਦੀ ਹਾਂ। ਕਿਉਂਕਿ ਮੇਰੇ ਹਿਸਾਬ ਨਾਲ ਐਕਟਿੰਗ ਜੋ ਹੈ ਉਹ ਵੀ ਮਿਊਜ਼ਿਕ ਦੀ ਤਰ੍ਹਾਂ ਇੱਕ ਰਿਆਜ਼ ਦੀ ਖੇਡ ਹੈ, ਜਿੱਥੇ ਤੁਸੀਂ ਉਹਨੂੰ ਐਵਰੀਡੇ ਬੇਸਿਸ ਦੇ ਉੱਤੇ ਕਰਨਾ ਛੱਡ ਦੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਮਾਰ ਖਾ ਜਾਓਗੇ। ਅਤੇ ਤੁਹਾਨੂੰ ਬਹੁਤ ਜ਼ਰੂਰਤ ਹੈ ਆਪਦੀ ਡੇਲੀ ਲਾਈਫ ਦੇ ਉੱਤੋਂ ਵੀ ਹਰ ਰੋਜ਼ ਚੀਜ਼ਾਂ ਨੂੰ ਓਬਜ਼ਰਵ ਕਰਕੇ ਜਦੋਂ ਤੁਸੀਂ ਆਪਦੇ ਕੋਈ ਕੈਰੈਕਟਰ ਨੂੰ ਨਿਭਾਉਂਦੇ ਹੋ ਉਹਦੇ ਵਿੱਚ ਉਹਨੂੰ ਇਨਪੁਟ ਕਰ ਸਕੋ ਉਸ ਚੀਜ਼ ਨੂੰ, ਅਤੇ ਆਪਦੇ ਕੈਰੈਕਟਰ ਨੂੰ ਹੋਰ ਬਖੂਬੀ ਆਡੀਅנס ਦੇ ਸਾਹਮਣੇ ਪ੍ਰੈਜ਼ੈਂਟ ਕਰ ਸਕੋ। ਅਸ਼ਲੀਨ, ਇੱਕ ਗੱਲ ਹੋਰ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਕੰਸਰਟ ਹੁੰਦੇ ਨੇ, ਸੁੰਦਰਤਾ ਮੁਕਾਬਲੇ ਹੁੰਦੇ ਨੇ, ਜੇ ਕਹਿ ਲਈਏ ਕਿ ਮਿਸ ਪੰਜਾਬਣ ਹੋ ਗਿਆ ਜਾਂ ਮਿਸ ਵਰਲਡ ਹੋ ਗਿਆ, ਤਾਂ ਲੋਕ ਸਿਰਫ ਅਤੇ ਸਿਰਫ ਇਹਨਾਂ ਚੀਜ਼ਾਂ ਨੂੰ ਇੱਕ ਸੁੰਦਰਤਾ ਮੁਕਾਬਲੇ ਦੇ ਤੌਰ 'ਤੇ ਦੇਖਦੇ ਨੇ। ਅਸਲ ਦੇ ਵਿੱਚ ਇਹਦੇ ਵਿੱਚ ਹੈ ਕੀ ਹੈ ਕਿ ਲੋਕਾਂ ਦੀ ਸਿਰਫ ਮਾਨਸਿਕਤਾ ਇੱਥੋਂ ਤੱਕ ਰਹਿ ਗਈ ਹੈ ਕਿ ਇਹ ਸੁੰਦਰਤਾ ਮੁਕਾਬਲਾ ਹੈਗਾ, ਲੇਕਿਨ ਕਿੰਨਾ ਕੁ ਟਫ ਹੁੰਦਾ ਹੈ ਇਸ ਨੂੰ
ਕੰਪੀਟ ਕਰਨਾ, ਕਿਉਂਕਿ ਤੁਸੀਂ ਕਈ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਚੁੱਕੇ ਹੋ? ਜੀ ਕਹਿਣ ਨੂੰ ਜ਼ਰੂਰ ਅਸੀਂ ਇਹਨਾਂ ਨੂੰ ਬਿਊਟੀ ਕੰਟੈਸਟ ਕਹਿ ਦਿੰਦੇ ਹਾਂ, ਸੁੰਦਰਤਾ ਦਾ ਮੁਕਾਬਲਾ ਕਹਿ ਦਿੰਦੇ ਹਾਂ, ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਇੱਕ ਓਵਰਆਲ ਇੱਕ ਟੈਲੈਂਟ ਦਾ ਕੰਟੈਸਟ ਹੈ। ਬਿਊਟੀ ਕੰਟੈਸਟ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਕਹਿ ਦਿੰਦੇ ਹਾਂ ਕਿਉਂਕਿ ਇਹਦੇ ਵਿੱਚ ਫਿੱਟ ਹੋਣਾ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ। ਅਤੇ ਫਿੱਟ ਹੋਣਾ, ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਜੋ ਇਨਸਾਨ ਫਿੱਟ ਨਹੀਂ ਹੈਗੇ ਉਹ ਸੁੰਦਰ ਨਹੀਂ ਹੋ ਸਕਦੇ, ਬਿਲਕੁਲ ਉਹ ਸੁੰਦਰ ਹੋ ਸਕਦੇ ਨੇ, ਲੇਕਿਨ ਫਿਜ਼ੀਕਲੀ ਫਿੱਟ ਹੋਣਾ ਇੱਕ ਡਿਸਿਪਲਿਨ ਦੀ ਗੱਲ ਹੈ ਜੋ ਹਰ ਕਿਸੇ ਤੋਂ ਸ਼ਾਇਦ ਜ਼ਿੰਦਗੀ ਦੇ ਵਿੱਚ ਨਿਭਾਇਆ ਨਹੀਂ ਜਾਂਦਾ। ਤਾਂ ਫਿੱਟ ਹੋਣਾ ਇੱਕ ਬਹੁਤ ਇੰਪੋਰਟੈਂਟ ਇਹਦਾ ਇੱਕ ਐਸਪੈਕਟ ਹੋ ਜਾਂਦਾ ਹੈ। ਉਸ ਤੋਂ ਇਲਾਵਾ ਤੁਹਾਨੂੰ ਆਪਦੇ ਸਮਾਜ ਦੀ, ਆਪਦੇ ਆਲੇ ਦੁਆਲੇ ਦੀ, ਆਪਦੀ ਪੋਲੀਟਿਕਸ, ਜੀਓਗ੍ਰਾਫੀ, ਸੋਸ਼ੀਓਲੋਜੀ, ਸਭ ਚੀਜ਼ਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਇੱਕ ਰਾਊਂਡ ਹੁੰਦਾ ਜਿਹਨੂੰ ਅਸੀਂ ਕੁਐਸਚਨ ਆਨਸਰਸ ਰਾਊਂਡ ਕਹਿੰਦੇ ਹਾਂ। ਉਹਦੇ ਵਿੱਚ ਉਹ ਟੈਸਟ ਕਰਦੇ ਨੇ ਕਿ ਤੁਹਾਨੂੰ ਕਿੰਨੀ ਕੁ ਨੌਲੇਜ ਹੈ, ਕਿੰਨੀ ਕੁ ਅਵੇਅਰਨੈਸ ਹੈ, ਕਿਉਂਕਿ ਸੁੰਦਰਤਾ ਮੁਕਾਬਲਿਆਂ ਦੇ ਵਿੱਚ ਅਕਸਰ ਇਹ ਹੁੰਦਾ ਹੈ ਕਿ ਜਿਵੇਂ ਮਿਸ ਯੂਨੀਵਰਸ ਜਾਂ ਮਿਸ ਇੰਡੀਆ ਲੈਵਲ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਜੋ ਵਿਨਰਸ ਹੁੰਦੇ ਨੇ ਉਹਨਾਂ ਨੂੰ 1 ਸਾਲ ਵਾਸਤੇ ਉਹ ਐਂਬੈਸਡਰਸ ਹੁੰਦੇ ਨੇ ਅਤੇ ਉਹਨਾਂ ਨੇ 1 ਸਾਲ ਲਈ ਸੋਸ਼ਲ ਸਰਵਿਸ ਦੇ ਕੰਮ ਕਰਨੇ ਹੁੰਦੇ ਨੇ, ਡਿਫਰੈਂਟ ਮੈਸੇजेस ਲੋਕਾਂ ਤੱਕ ਪਹੁੰਚਾਉਣੇ ਹੁੰਦੇ ਨੇ, ਅਵੇਅਰਨੈਸ ਕ੍ਰੀਏਟ ਕਰਨੀ ਹੁੰਦੀ ਹੈ ਡਿਫਰੈਂਟ ਸੋਸ਼ਲ ਇਸ਼ੂਜ਼ ਨੂੰ ਲੈ ਕੇ। ਅਤੇ ਉਹ ਤੁਸੀਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਹਾਡੇ ਵਿੱਚ ਕੌਨਫੀਡੈਂਸ ਹੈ ਇੱਕ ਪਲੈਟਫਾਰਮ ਦੇ ਉੱਤੇ ਖੜ੍ਹ ਕੇ ਬੋਲਣ ਦਾ, ਆਪਦੀ ਗੱਲ ਨੂੰ ਕਨਵੇ ਕਰਨ ਦਾ, ਅਤੇ ਲੋਕਾਂ ਨੂੰ ਇਹ ਚੀਜ਼ ਦਾ ਯਕੀਨ ਦਿਵਾਉਣ ਦਾ ਕਿ ਤੁਸੀਂ ਜੋ ਕਨਵੇ ਕਰ ਰਹੇ ਹੋ ਉਹ ਤੁਸੀਂ ਸਹੀ ਕਨਵੇ ਕਰ ਰਹੇ ਹੋ, ਤਾਂ ਕਿ ਲੋਕ ਤੁਹਾਡੀ ਉਹ ਗੱਲ ਸੁਣਨ ਅਤੇ ਜੋ ਵੀ ਤੁਸੀਂ ਉਹਨਾਂ ਨੂੰ ਸੋਸ਼ਲ ਈਵਲਸ ਨੇ ਜਿਹੜੇ ਜਿਨ੍ਹਾਂ ਨੂੰ ਦੂਰ ਕਰਨ ਦੇ ਬਾਰੇ ਸੁਜੈਸਟ ਕਰ ਰਹੇ ਹੋ ਤਾਂ ਉਹ ਤੁਹਾਡੇ ਤੋਂ ਇਨਫਲੂਐਂਸ ਹੋ ਸਕਣ ਉਹ ਗੱਲਾਂ ਦੇ ਬਾਰੇ। ਤਾਂ ਇਹ ਕਹਿਣਾ ਕਿ ਸੁੰਦਰਤਾ ਮੁਕਾਬਲਾ ਸਿਰਫ ਅਤੇ ਸਿਰਫ ਬਾਹਰਲੀ ਦਿਖਾਵਟ ਦੇ 'ਤੇ ਨਿਰਭਰ ਕਰਦਾ ਹੈ ਉਹ ਗਲਤ ਹੋਊਗਾ, ਕਿਉਂਕਿ ਇਹਦੇ ਵਿੱਚ ਸਾਰੇ ਫੈਕਟਰਸ ਇੰਕਲੂਡ ਹੁੰਦੇ ਨੇ, ਅਤੇ ਬਾਹਰਲੀ ਸੁੰਦਰਤਾ ਵੀ, ਅਤੇ ਤੁਹਾਡੀ ਅੰਦਰਲੀ ਮਨ ਦੀ ਸੁੰਦਰਤਾ ਵੀ, ਅਤੇ ਤੁਹਾਡੀ ਨੌਲੇਜ ਅਤੇ ਇੰਟੈਲੀਜੈਂਸ ਵੀ। ਜੀ ਇੱਕ ਹੋਰ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਹਰ ਕਿਸੇ ਦਾ ਇੱਕ ਏਮ ਹੁੰਦਾ, ਤਾਂ ਜਦੋਂ ਤੁਸੀਂ 9th 10th ਦੇ ਵਿੱਚ ਸੀ ਤਾਂ ਉਹ ਇੱਕ ਅਜਿਹਾ ਸਮਾਂ ਹੁੰਦਾ ਕਿ ਉਦੋਂ ਇਨਸਾਨ ਸੋਚਦਾ ਹੁੰਦਾ ਕਿ ਮੈਂ ਇਹ ਬਣਨਾ, ਮੈਂ ਇੰਜੀਨੀਅਰ ਬਣਨਾ, ਮੈਂ ਡਾਕਟਰ ਬਣਨਾ। ਜਿਸ ਤਰ੍ਹਾਂ ਤੁਹਾਡੇ ਪਾਪਾ PPS ਆਫਿਸਰ ਹੈਗੇ ਨੇ, ਪੰਜਾਬ ਪੁਲਿਸ ਦੇ ਵਿੱਚ ਨੇ, ਤਾਂ ਅਸ਼ੀਨ ਦਾ ਕੀ ਏਮ ਸੀਗਾ ਕਿ ਬਣਨਾ ਕੀ ਹੈ ਅਤੇ ਬਣ ਕੀ ਗਏ? ਜੀ ਮੈਂ ਸੱਚੀ ਦੱਸਾਂ ਤਾਂ ਮੈਂ ਛੋਟੇ ਹੁੰਦੇ ਤੋਂ ਮੈਨੂੰ ਇਹ ਚੀਜ਼ ਪਤਾ ਸੀ ਕਿ ਮੈਂ ਐਕਟਿੰਗ ਨੂੰ ਪਰਸਿਊ ਕਰਨਾ ਚਾਹੁੰਦੀ ਹਾਂ, ਅਤੇ ਪਰ ਲੇਕਿਨ ਬਹੁਤ ਟਾਈਮ ਤੱਕ ਮੇਰੇ ਅੰਦਰ ਇਹ ਹਿੰਮਤ ਨਹੀਂ ਆਈ ਸੀ ਕਿ ਮੈਂ ਇਸ ਗੱਲ ਨੂੰ ਖੁੱਲ੍ਹ ਕੇ ਆਪਣੇ ਪਰਿਵਾਰ ਦੇ ਸਾਹਮਣੇ ਕਹਿ ਸਕਾਂ ਕਿ ਮੈਂ ਇਹੀ ਪਰਸਿਊ ਕਰਨਾ ਚਾਹੁੰਦੀ ਹਾਂ। ਲੇਕਿਨ ਉਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਟੱਡੀਜ਼ ਦੇ ਵਿੱਚ ਵੀ ਮੇਰਾ ਬਹੁਤ ਇੰਟਰਸਟ ਰਿਹਾ, ਤਾਂ ਕਦੇ ਨਾ ਕਦੇ ਮਨ ਵਿੱਚ ਹੋਰ ਖਿਆਲ ਵੀ ਜ਼ਰੂਰ ਆ ਜਾਂਦੇ ਹੁੰਦੇ ਸੀ ਕਿ ਮੈਂ ਟੀਚਰ ਵੀ ਬਣ ਸਕਦੀ ਹਾਂ ਜਾਂ ਮੈਂ ਕੋਈ ਸਿਵਲ ਸਰਵਿਸ ਦਾ ਐਗਜ਼ਾਮਸ ਲਈ ਪ੍ਰੀਪੇਅਰ ਕਰਾਂ, ਕਿਉਂਕਿ ਇਹ ਜੋ ਤੁਸੀਂ ਗਰੋ ਕਰ ਰਹੇ ਹੁੰਦੇ ਹੋ ਤਾਂ ਬਹੁਤ ਸਾਰੇ ਡਿਫਰੈਂਟ ਚੋਇਸਿਸ ਐਂਡ ਆਪਸ਼ਨਸ ਹੁੰਦੇ ਨੇ, ਪਰ ਲੇਕਿਨ ਕਿਤੇ ਨਾ ਕਿਤੇ ਮੇਰਾ ਮਨ ਐਕਟਿੰਗ ਨੂੰ ਹੀ ਪਰਸਿਊ ਕਰਨ ਦਾ ਸੀ, ਅਤੇ ਮੈਨੂੰ ਕੁਛ ਨਾ ਕੁਛ ਪੜ੍ਹਦੇ ਰਹਿਣਾ ਬਹੁਤ ਵਧੀਆ ਲੱਗਦਾ ਹੈ। ਈਵਨ ਹੁਣ ਵੀ ਮੈਂ ਕੋਈ ਨਾ ਕੋਈ ਕਿਤਾਬ ਪੜ੍ਹਦੀ ਰਹਿੰਦੀ ਹਾਂ ਜਾਂ ਹਿਸਟਰੀ ਦੇ ਬਾਰੇ ਕੁਛ ਨਾ ਕੁਛ ਪੜ੍ਹ ਲੈਂਦੀ ਹਾਂ, ਪਰ ਮਨ ਜੋ ਮੇਰਾ ਦਿਲ ਜੋ ਸੀ ਉਹ ਸ਼ੁਰੂ ਤੋਂ ਪਰਫੋਰਮਿੰਗ ਆਰਟਸ ਦੇ ਵਿੱਚ ਹੀ ਸੀ, ਅਤੇ ਮੈਂ ਖੁਸ਼ ਹਾਂ ਕਿ ਮੈਂ ਪਰਫੋਰਮਿੰਗ ਆਰਟਸ ਨੂੰ ਪਰਸਿਊ ਕਰ ਸਕੀ ਹਾਂ, ਅਤੇ ਮੇਰੇ ਪੇਰੈਂਟਸ ਨੇ ਮੇਰਾ ਇੰਨਾ ਸਾਥ ਦਿੱਤਾ ਹੈ ਕਿ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਬਿਲਕੁਲ ਵੀ ਮੇਰੇ ਮਨ ਦੀ ਤਮੰਨਾ ਨੂੰ ਪੂਰੇ ਕਰਨ ਤੋਂ। ਇਸ ਲਈ ਇੱਕ ਹੋਰ ਗੱਲ ਹੈ ਕਿ ਪਾਪਾ ਤੁਹਾਡੇ ਪੁਲਿਸ ਅਧਿਕਾਰੀ ਹੈਗੇ ਨੇ, ਬੜਾ ਦਬਦਬਾ ਹੁੰਦਾ ਬਾਹਰ ਵੀ ਅਤੇ ਘਰ ਦੇ ਅੰਦਰ ਵੀ, ਤਾਂ ਜਦੋਂ ਪਹਿਲੀ ਵਾਰ ਤੁਸੀਂ ਦੱਸਿਆ ਇਹਨਾਂ ਨੂੰ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਐਕਟਿੰਗ ਖੇਤਰ ਦੇ ਵਿੱਚ ਜਾਣਾ, ਤਾਂ ਫਿਰ ਡਰ ਨਹੀਂ ਲੱਗਿਆ ਪਾਪਾ ਤੋਂ? ਡਰ ਸ਼ਾਇਦ ਥੋੜ੍ਹਾ ਡਰ ਕਿਤੇ ਨਾ ਕਿਤੇ ਜ਼ਰੂਰ ਸੀ, ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਘਰਦਿਆਂ ਨੂੰ ਆਪਦੇ ਬੱਚੇ ਦਾ ਪਤਾ ਹੁੰਦਾ ਹੈ, ਚਾਹੇ ਮੈਂ ਕਦੇ ਵੀ ਬੋਲ ਕੇ ਪਹਿਲਾਂ ਉਹਨਾਂ ਦੇ ਸਾਹਮਣੇ ਕਦੇ ਐਕਸਪ੍ਰੈਸ ਨਹੀਂ ਕਰ ਪਾਈ, ਪਰ ਉਹਨਾਂ ਨੂੰ ਇਹ ਚੀਜ਼ ਪਤਾ ਸੀ ਕਿ ਇਹਦੇ ਲਾਈਕਸ ਡਿਸਲਾਈਕਸ ਕਿਸ ਤਰ੍ਹਾਂ ਦੇ ਹੈਗੇ ਨੇ, ਕਿਉਂਕਿ ਅਸੀਂ ਕਿਸੇ ਵੀ ਫੰਕਸ਼ਨ 'ਤੇ ਜਾਣਾ ਤਾਂ ਮੈਂ ਸਭ ਤੋਂ ਅੱਗੇ ਹੋ ਕੇ ਸਟੇਜ 'ਤੇ ਜਾ ਕੇ ਡਾਂਸ ਕਰਨ ਲੱਗ ਜਾਂਦੀ ਸੀ, ਜਾਂ ਕੋਈ ਕਿਤੇ ਫੈਮਿਲੀ ਇਵੈਂਟ 'ਤੇ ਬੈਠੇ ਹਾਂ ਤਾਂ ਉੱਥੇ ਪੋਇਟਰੀ ਰਿਸਾਈਟ ਕਰ ਦੇਣੀ, ਅਤੇ ਕੁਛ ਨਾ ਕੁਛ ਇਹੋ ਜਿਹਾ ਵੀ ਜਿਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਹਾਂ ਕਿ ਕੋ ਕਰਿਕੂਲਮ ਐਕਟੀਵਿਟੀਜ਼ ਵਾਲੀ ਜਿਹੜੀ ਇਨਵੋਲਵਮੈਂਟ ਹੁੰਦੀ ਹੈ ਉਹ ਮੈਂ ਸ਼ੁਰੂ ਤੋਂ ਹੀ ਮੈਂ 6th ਕਲਾਸ ਦੇ ਵਿੱਚ ਸੀਗੀ ਜਦੋਂ ਮੈਂ ਆਪਦੇ ਸਕੂਲ ਦਾ ਐਨੂਅਲ ਫੰਕਸ਼ਨ ਹੋਸਟ ਕੀਤਾ ਸੀ, ਅਤੇ ਦੈਟ ਵਾਜ਼ ਫॉर द ਫਸਟ ਟਾਈਮ ਕਿ ਮੈਂ ਮਾਈਕ ਆਪਦੇ ਹੱਥ 'ਚ ਫੜਿਆ ਸੀ, ਅਤੇ ਮੇਰੇ ਫਾਦਰ ਦੇਖਣ ਆਏ ਸੀਗੇ ਉਦੋਂ, ਅਤੇ ਉਸ ਚੀਜ਼ ਤੋਂ ਉਹ ਚੀਜ਼ ਹਮੇਸ਼ਾ ਉਹਨਾਂ ਦੇ ਜ਼ਿਹਨ ਦੇ ਵਿੱਚ ਰਹਿੰਦੀ ਹੈ ਕਿ ਸ਼ੁਰੂ ਤੋਂ ਸਟੇਜ ਨੂੰ ਬਹੁਤ ਪਸੰਦ ਕਰਦੀ ਹੈ, ਬਹੁਤ ਪਿਆਰ ਕਰਦੀ ਹੈ, ਅਤੇ ਇਹਨਾਂ ਐਕਟੀਵਿਟੀਜ਼ ਦੇ ਵਿੱਚ ਇਹਦਾ ਬਹੁਤ ਇੰਟਰਸਟ ਹੈਗਾ। ਤਾਂ
ਐਵੇਂ ਬਿਲਕੁਲ ਨਹੀਂ ਸੀ ਕਿ ਉਹਨਾਂ ਨੂੰ ਸ਼ੌਕ ਲੱਗਿਆ ਜਦੋਂ ਮੈਂ ਦੱਸਿਆ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਸੀ ਕਿ ਮੇਰੀ ਪਸੰਦ ਜ਼ਰੂਰ ਹੈ ਇਹ। ਲੇਕਿਨ ਹਾਂ, ਕਿਉਂਕਿ ਉਹ ਇੱਕ ਫਾਦਰ ਨੇ ਤੇ ਉਹ ਤਾਂ ਪੁਲਿਸ ਦੇ ਵਿੱਚ ਨੇ, ਤਾਂ ਇੱਕ ਡਰ ਜ਼ਰੂਰ ਹੁੰਦਾ ਹੈ ਕਿਉਂਕਿ ਸਾਡਾ ਕੋਈ ਬੈਕਗਰਾਊਂਡ ਨਹੀਂ ਆ, ਅਤੇ ਉਹਨਾਂ ਨੂੰ ਸੀ ਵੀ ਕਿਵੇਂ ਹੋ ਪਾਊਗਾ ਸਾਰਾ ਕੁਝ। ਤਾਂ ਮੈਂ ਕਦੇ ਵੀ ਈਵਨ ਮੈਂ ਵੀ ਕੋਈ ਇੱਦਾਂ ਕਦੇ ਜ਼ਿੱਦ ਕਰਕੇ ਨਹੀਂ ਕਿਹਾ ਕਿ ਮੈਨੂੰ ਤਾਂ ਕਰਨਾ ਹੀ ਕਰਨਾ, ਚਾਹੇ ਜੋ ਮਰਜ਼ੀ ਹੋ ਜਾਏ, ਮੈਨੂੰ ਮੁੰਬਈ ਭੇਜੋ, ਮੈਂ ਜਾਣਾ ਹੀ ਜਾਣਾ। ਕੁਝ ਕਿਸਮਤ ਨੇ ਇਸ ਤਰੀਕੇ ਨਾਲ ਸਾਥ ਦਿੱਤਾ ਕਿ ਨਾਲ ਨਾਲ ਜਦੋਂ ਸਟੱਡੀਜ਼ ਕਰ ਰਹੀ ਸੀ ਅਤੇ ਮੈਂ ਜ਼ਰੂਰ ਆਪਦੇ ਵੱਲੋਂ ਟਰਾਈ ਕਰੀ ਗਈ ਹਾਂ ਕਿਤੇ ਨਾ ਕਿਤੇ ਕਿ ਚਲੋ ਕੁਛ ਨਾ ਕੁਛ ਤਾਂ ਕਰਾਂ, ਕਿਉਂਕਿ ਮੇਰੇ ਜ਼ਿਹਨ ਵਿੱਚ ਸਿਰਫ ਇਹ ਚੀਜ਼ ਸੀ ਕਿ ਆਪਣੇ ਵੱਲੋਂ ਜੋ ਮੈਂ ਟਰਾਈ ਕਰ ਸਕਦੀ ਹਾਂ ਮੈਂ ਉਹ ਟਰਾਈ ਕਰਕੇ ਦੇਖਾਂ, ਅਤੇ ਜੇ ਰਾਹ ਬਣਨਾ ਹੋਇਆ ਤਾਂ ਕੁਦਰਤੀ ਆਪਣੇ ਆਪ ਬਣ ਜਾਣਾ, ਅਤੇ ਉਹ ਕੁਦਰਤੀ ਬਣਿਆ ਵੀ। ਛੋਟਾ ਛੋਟਾ ਰੋਲ ਕਰਕੇ, ਛੋਟੀ ਛੋਟੀ ਓਪਰਚੁਨਿਟੀਜ਼ ਦੇ ਨਾਲ ਬਣਿਆ ਚਾਹੇ, ਅਤੇ ਪਰ ਮੈਂ ਖੁਸ਼ ਹਾਂ ਕਿ ਇਹ ਸਾਰਾ ਸਫ਼ਰ ਮੁਮਕਿਨ ਹੋ ਪਾਇਆ। ਜਿਸ ਤਰ੍ਹਾਂ ਅਸੀਂ ਗੱਲ ਕਰ ਲਈਏ ਕਿ ਪਟਿਆਲੇ ਦੀਆਂ ਧੀਆਂ ਨੇ ਬਹੁਤ ਸਾਰੇ ਮਾਰਕੇ ਮਾਰੇ ਨੇ। ਹੁਣ ਪਿਛਲੇ ਦਿਨੀ ਗੱਲ ਕਰ ਲਈਏ ਖੇਲੋ ਇੰਡੀਆ ਦੇ ਵਿੱਚ ਵੀ ਇੱਥੋਂ ਦੀਆਂ ਬੇਟੀਆਂ ਹੈਗੀਆਂ, ਉਹਨਾਂ ਦੇ 골ਡ ਮੈਡਲ ਆਏ ਹੈਗੇ ਨੇ। ਉਸ ਤੋਂ ਪਹਿਲਾਂ ਨਵਨੀਤ ਕੌਰ ਢਿੱਲੋਂ ਜੋ ਕਿ ਮਿਸ ਯੂਨੀਵਰਸ ਦੇ ਵਿੱਚ ਰਨਰ ਅਪ ਆਏ ਸੀਗੇ। ਤਾਂ ਫਿਰ ਅੱਗੇ ਕਦੇ ਸੋਚਿਆ ਕਿ ਮਿਸ ਯੂਨੀਵਰਸ ਵਾਲੇ ਪਾਸੇ ਜਾਣ ਬਾਰੇ? ਜੀ, ਜਦੋਂ ਮੈਂ ਪੈਜੈਂਟਸ ਕਰ ਰਹੀ ਸੀਗੀ, ਕਿਉਂਕਿ ਮੈਂ ਸਟਾਰਟ ਪੈਜੈਂਟਸ ਤੋਂ ਕੀਤਾ, ਤਾਂ ਉਦੋਂ ਜ਼ਰੂਰ ਮੇਰਾ ਇਹ ਸੁਪਨਾ ਸੀ ਕਿ ਮੈਂ ਮਿਸ ਇੰਡੀਆ ਵਿੱਚ ਪਾਰਟਿਸਿਪੇਟ ਕਰਾਂ, ਮਿਸ ਯੂਨੀਵਰਸ ਦੇ ਵਿੱਚ ਪਾਰਟਿਸਿਪੇਟ ਕਰਾਂ। ਬਟ ਇਹ ਚੀਜ਼ ਜ਼ਰੂਰ ਮੈਨੂੰ ਉਦੋਂ ਵੀ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਮਾਡਲਿੰਗ ਨਾਲੋਂ ਮੈਂ ਐਕਟਿੰਗ ਨੂੰ ਪ੍ਰੈਫਰੈਂਸ ਦੇਣਾ ਚਾਹੁੰਦੀ ਹਾਂ, ਅਤੇ ਉਹੀ ਚੀਜ਼ ਹੋਈ। ਅਤੇ ਜਦੋਂ ਮੈਨੂੰ ਐਕਟਿੰਗ ਪ੍ਰੋਜੈਕਟਸ ਮਿਲੇ ਤਾਂ ਮੇਰਾ ਧਿਆਨ ਉੱਧਰਲੇ ਪਾਸਿਓਂ ਫਿਰ ਹਟ ਗਿਆ, ਅਤੇ ਫਿਰ ਮੈਂ ਖੁਸ਼ ਹਾਂ ਕਿ ਐਕਟਿੰਗ ਨੂੰ ਹੀ ਪਰਸਿਊ ਕਰ ਰਹੀ ਹਾਂ। ਅੱਗੇ ਮਿਸ ਯੂਨੀਵਰਸ ਜਾਂ ਮਿਸ ਇੰਡੀਆ ਜਾਣ ਬਾਰੇ ਹਾਲੇ ਤਾਂ ਕੋਈ ਇੱਦਾਂ ਦੇ ਪਲੈਨਸ ਨਹੀਂ ਹੈ। ਆਈ ਥਿੰਕ ਪੋਸੀਬਿਲਿਟੀ ਵੀ ਨਹੀਂ, ਬਿਕੋਜ਼ ਉਹ ਇੱਕ ਏਜ ਬਾਰ ਦੇ ਨਾਲ ਲਿਮਿਟਿਡ ਹੁੰਦੇ ਨੇ, ਅਤੇ ਜੇ ਐਕਟਿੰਗ ਪ੍ਰੋਸੈਸ ਹੀ ਮੇਰਾ ਵਧੀਆ ਤਰੀਕੇ ਨਾਲ ਚੱਲਦਾ ਰਹੇ, ਆਈ ਥਿੰਕ ਬਹੁਤ ਵਧੀਆ ਹੈ। ਬਸ ਫਿਰ ਇਸ ਤਰ੍ਹਾਂ ਹੀ। ਹਸਨੈਨ, ਜੇਕਰ ਗੱਲ ਕਰ ਲਈਏ, ਇੱਕ ਮਾਂ ਧੀ ਦਾ ਰਿਸ਼ਤਾ ਹੁੰਦਾ ਜਿਹੜਾ, ਉਹ ਬਹੁਤ ਜ਼ਿਆਦਾ ਡੂੰਘਾ ਰਿਸ਼ਤਾ ਹੁੰਦਾ। ਤਾਂ ਮੰਮਾ ਨੂੰ ਕਦੋਂ ਦੱਸਿਆ? ਫਿਰ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਮੰਮਾ ਨਾਲ ਹੀ ਡਿਸਕਸ ਕੀਤਾ ਹੋਣਾ ਕਿ ਇੱਦਾਂ ਆਪਾਂ ਨੂੰ ਇੱਕ ਸਟਾਰਟਅਪ ਮਿਲ ਰਿਹਾ ਹੈ, ਤਾਂ ਫਿਰ ਉਹਨਾਂ ਦਾ ਰਿਐਕਸ਼ਨ ਕੀ ਸੀ? ਜੀ, ਮਤਲਬ ਮੈਂ ਮੰਮਾ ਪਾਪਾ ਦੋਨਾਂ ਦੇ ਨਾਲ ਆਲਮੋਸਟ ਸੇਮ ਟਾਈਮ 'ਤੇ ਹੀ ਗੱਲ ਕੀਤੀ ਸੀ। ਤਾਂ ਘਰੇ ਜਿੱਦਾਂ ਹੁੰਦਾ ਨਾ ਕਿ ਤੁਸੀਂ ਚਾਹੇ ਮੰਮਾ ਨਾਲ ਜੋ ਮਰਜ਼ੀ ਡਿਸਕਸ ਕਰ ਲਓ, ਲੇਕਿਨ ਫੈਸਲਾ ਪਾਪਾ ਨੇ ਹੀ ਲੈਣਾ ਹੁੰਦਾ ਹੈ। ਤਾਂ ਮੰਮਾ ਨੂੰ ਸੁਣ ਕੇ ਐਂ ਹੀ ਰਿਐਕਟ ਕੀਤਾ ਸੀ ਵੀ ਚਲ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਤੇਰੇ ਪਾਪਾ ਮੰਨਦੇ ਨੇ ਫਿਰ ਦੇਖ ਲਾਂਗੇ, ਜੇ ਨਾ ਮੰਨਦੇ ਹੋਏ ਫਿਰ ਆਪਾਂ ਕੁਝ ਨਹੀਂ ਕਹਿ ਸਕਦੇ ਹੈਗੇ। ਤਾਂ ਮੰਮਾ ਦਾ ਵੀ ਰਿਐਕਸ਼ਨ ਇਸੇ ਤਰੀਕੇ ਨਾਲ ਸੀ, ਅਤੇ ਪਾਪਾ ਵੱਲੋਂ ਮੈਨੂੰ ਕਿਤੇ ਨਾ ਕਿਤੇ ਕੌਨਫੀਡੈਂਸ ਸੀਗਾ ਕਿ ਉਹ ਮੈਨੂੰ ਰੋਕਣਗੇ ਨਹੀਂ, ਕਿਉਂਕਿ ਉਹ ਹਮੇਸ਼ਾ ਤੋਂ ਉਹ ਸਮਝਦੇ ਨੇ ਕਿ ਸਪੋਰਟ ਪੇਰੈਂਟਸ ਦੀ ਕੀ ਮਾਇਨੇ ਰੱਖਦੀ ਹੈ, ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਦਿਖਦੀ ਸੀ ਕਿ ਸ਼ਾਇਦ ਇਹ ਕਰ ਸਕਦੀ ਹੈ। ਤਾਂ ਕਰਕੇ ਉਹਨਾਂ ਨੇ ਕਦੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਹਮੇਸ਼ਾ ਸਾਥ ਦਿੱਤਾ। ਅਸੀਂ ਜੇਕਰ ਗੱਲ ਕਰ ਲਈਏ ਜਿਸ ਤਰ੍ਹਾਂ ਦੇ ਨਾਲ ਆਪਾਂ ਰਿਸ਼ਤੇਦਾਰੀਆਂ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਦੇ ਨਾਲ ਤੁਹਾਡੇ ਜੇਕਰ ਨਾਨਕਿਆਂ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਬਠਿੰਡਾ ਸਾਈਡ ਦੀ ਗੱਲ ਹੈਗੀ ਆ, ਤਾਂ ਉੱਧਰ ਇਸ ਚੀਜ਼ ਨੂੰ ਥੋੜ੍ਹਾ ਜਿਹਾ ਵਧੀਆ ਨਹੀਂ ਮੰਨਦੇ ਹੈਗੇ। ਤਾਂ ਫਿਰ ਇਹ ਜਦੋਂ ਪਿਕਚਰਾਂ ਦੇ ਵਿੱਚ ਜਾ ਚੁੱਕੇ ਸੀ, ਉਸ ਤੋਂ ਬਾਅਦ ਦੱਸਿਆ ਜਾਂ ਫਿਰ ਕੁਝ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਇਸ ਬਾਰੇ? ਜੀ, ਪਹਿਲਾਂ ਤਾਂ ਅਫਕੋਰਸ ਆਪਦੇ ਘਰੇ ਹੀ ਗੱਲ ਕੀਤੀ ਸੀ, ਅਤੇ ਹੁਣ ਇੱਕਦਮ ਐਂ ਤਾਂ ਹੈ ਨਹੀਂ ਸੀ ਕਿ ਮੇਰਾ ਕੋਈ ਬਹੁਤ ਵੱਡਾ ਲਾਂਚ ਹੋਣ ਲੱਗਿਆ ਹੈ ਜਾਂ ਅਤੇ ਸਾਰੀ ਦੁਨੀਆ ਨੂੰ ਇੱਕਦਮ ਉਹਦੇ ਬਾਰੇ ਪਤਾ ਲੱਗ ਜਾਣਾ ਹੈ। ਮੈਂ ਤਾਂ ਛੋਟੀ ਛੋਟੀ ਓਪਰਚੁਨਿਟੀਜ਼ ਨੂੰ ਕੈਚ ਕਰ ਰਹੀ ਸੀ ਹਲੇ ਸਿਰਫ। ਤਾਂ ਅਸੀਂ ਆਪਦੇ ਵੱਲੋਂ ਹਲੇ ਮਤਲਬ ਆਪਦੀ ਰਿਸ਼ਤੇਦਾਰੀਆਂ ਵਿੱਚ ਕਿਤੇ ਵੀ ਕੁਝ ਰਿਵੀਲ ਨਹੀਂ ਕੀਤਾ ਸੀ, ਪਰ ਜਿਵੇਂ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਿਆ, ਤਾਂ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ, ਥੋੜ੍ਹਾ ਜਿਹਾ ਜੋ ਸਾਡਾ ਉੱਧਰ ਦਾ, ਕਿਉਂਕਿ ਮੇਰਾ ਆਪਦਾ ਪਿੰਡ ਵੀ ਬਠਿੰਡੇ ਤੋਂ ਅਸੀਂ ਬਿਲੋਂਗ ਕਰਦੇ ਹਾਂ, ਅਤੇ ਜੋ ਅਦਰਵਾਈਜ਼ ਮਾਈਂਡਸੈਟ ਹੁੰਦਾ ਹੈ ਆਪਣੇ ਆਮ ਹੀ ਪੰਜਾਬੀ ਫੈਮਲੀਜ਼ ਦਾ ਜੋ ਮਾਈਂਡਸੈਟ ਹੁੰਦਾ, ਉਹ ਜ਼ਿਆਦਾ ਨਹੀਂ ਪਸੰਦ ਕਰਦੇ ਹੈਗੇ। ਤਾਂ ਥੋੜ੍ਹਾ ਉਹਨਾਂ ਨੂੰ ਇਤਰਾਜ਼ ਜ਼ਰੂਰ ਸੀ ਇਸ ਗੱਲ ਤੋਂ, ਪਰ ਕਿਉਂਕਿ ਮੇਰੇ ਪੇਰੈਂਟਸ ਮੇਰੇ ਨਾਲ ਸੀਗੇ ਤਾਂ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ, ਪਰ ਇਹ ਜਾਣ ਕੇ ਵੀ ਚਲੋ ਘਰ ਦੇ ਅਲਾਓ ਕਰ ਰਹੇ ਨੇ ਤਾਂ ਇੱਕ ਬੈਕ ਸੀਟ ਹੋ ਜਾਂਦੀ ਹੈ ਫਿਰ ਕਿ ਚਲੋ ਘਰ ਦੇ ਨਾਲ ਹੀ ਨੇ। ਅਤੇ ਪਰ ਅੱਜ ਦੇ ਟਾਈਮ 'ਤੇ ਜਦੋਂ ਮੈਂ ਦੇਖਦੀ ਹਾਂ, ਜਦੋਂ ਮੇਰੀ ਕੋਈ ਫਿਲਮ ਆਉਣ ਵਾਲੀ ਹੁੰਦੀ ਹੈ ਜਾਂ ਕੋਈ ਗਾਣਾ ਆ ਰਿਹਾ ਹੁੰਦਾ ਜਾਂ ਕਿਤੇ ਕੁਝ TV ਦੇ ਉੱਤੇ ਚੱਲ ਰਿਹਾ ਹੁੰਦਾ ਹੈ, ਤਾਂ ਉਹ ਨਾਲ ਦੀ ਨਾਲ ਫ਼ੋਨ ਕਰਦੇ ਨੇ ਅਤੇ ਦੱਸਦੇ ਨੇ ਵੀ ਸਾਨੂੰ ਵਧੀਆ ਲੱਗਿਆ ਦੇਖ ਕੇ। ਤਾਂ ਉਹ ਚੀਜ਼ ਤੋਂ ਖੁਸ਼ੀ ਮਿਲਦੀ ਹੈ ਕਿ ਹੌਲੀ ਹੌਲੀ ਵਿਦ ਟਾਈਮ ਸਹੀ, ਪਰ ਉਹਨਾਂ ਨੇ ਵੀ ਇਸ ਚੀਜ਼ ਨੂੰ ਅਸੈਪਟ ਕੀਤਾ। ਮਤਲਬ ਕਿ ਪ੍ਰਾਊਡ ਫੀਲ ਕਰਦੇ ਨੇ ਕਿ ਬੱਚਾ ਚਲੋ ਕਿਸੇ ਮੁਕਾਮ 'ਤੇ ਪਹੁੰਚਿਆ। ਤਾਂ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟਸ ਹੈਗੇ ਨੇ ਹੁਣ ਜਿਨ੍ਹਾਂ 'ਤੇ ਤੁਸੀਂ ਕੰਮ ਕਰ ਰਹੇ ਹੋ, ਜਾਂ ਫਿਰ ਕੋਈ ਅਪਕਮਿੰਗ ਮੂਵੀ ਹੈਗੀ ਹੈ ਜਿਹੜੀ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਲੀਡ ਦੇ ਵਿੱਚ?
ਜੀ ਇਸ ਸਾਲ ਦੇ ਵਿੱਚ ਮੇਰੀ 2 ਫਿਲਮਸ ਆਉਣ ਵਾਲੀਆਂ ਨੇ। ਇੱਕ ਦਾ ਨਾਮ ਹੈ ਸਭ ਫੜੇ ਜਾਣਗੇ, ਇਹ ਹਰੀਸ਼ ਵਰਮਾ ਜੀ ਨਾਲ ਹੈ, ਤੇ ਦੂਜੀ ਫਿਲਮ ਦਾ ਨਾਮ ਹੈ ਜੀ ਬੈਚ 2013, ਤੇ ਇਹ ਹਰਦੀਪ ਗਰੇਵਾਲ ਜੀ ਨਾਲ ਹੈ। ਤੇ ਹਲੇ ਇਹਨਾਂ ਦੀ ਰਿਲੀਜ਼ ਡੇਟ ਅਨਾਉਂਸ ਨਹੀਂ ਹੋਈ ਹੈ, ਬਟ ਬਹੁਤ ਜਲਦੀ ਤੁਹਾਨੂੰ ਇਹ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਤਾਂ ਕਿੱਦਾਂ ਦੀ ਮਤਲਬ ਕਿ ਕੀ ਕਨਸੈਪਟ ਹੈਗਾ ਇਹਨਾਂ ਦੇ ਵਿੱਚ, ਕੋਈ ਕਮੇਡੀ ਜਾਂ ਫਿਰ ਕੋਈ ਸੀਰੀਅਸ? ਕਿਉਂਕਿ ਜਿਸ ਤਰ੍ਹਾਂ ਤੁਣਕਾ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਮੋਟੀਵੇਸ਼ਨਲ ਮੈਸੇਜ ਬਹੁਤ ਵੱਡਾ ਦਿੱਤਾ ਗਿਆ ਸੀਗਾ। ਤਾਂ ਇਹ ਜਿਹੜੀਆਂ ਫਿਲਮਾਂ ਨੇ ਇਹ ਵੀ ਲੀਕ ਤੋਂ ਹਟ ਕੇ ਨੇ, ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਸਿਨੇਮਾ 'ਚ ਚੱਲ ਰਿਹਾ ਕਿ ਕਾਮੇਡੀ ਦਾ ਟ੍ਰੈਂਡ ਚੱਲ ਰਿਹਾ, ਜਾਂ ਉਸੇ ਲਾਈਨ ਦੇ ਉੱਤੇ ਹੈਗੀਆਂ? ਨਹੀਂ ਜੀ, ਇਹ ਬਹੁਤ ਵੱਖਰੀ ਯੋਨਰ ਦੀਆਂ ਫਿਲਮਾਂ ਨੇ। ਤੇ ਤੁਣਕਾ ਦੀ ਜਿਵੇਂ ਤੁਸੀਂ ਗੱਲ ਕਰੀ ਤਾਂ ਹਰਦੀਪ ਗਰੇਵਾਲ ਜੀ ਦੀ ਫਿਲਮ ਹੈ, ਤਾਂ ਬੈਚ 2013 ਜਿਹੜੀ ਫਿਲਮ ਹੈ ਉਹ ਮੋਟੀਵੇਸ਼ਨਲ ਹੀ ਹੈ ਜ਼ਰੂਰ, ਪਰ ਮੋਟੀਵੇਸ਼ਨਲ ਦੇ ਇਲਾਵਾ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਐਲੀਮੈਂਟਸ ਨੇ ਜੋ ਤੁਹਾਨੂੰ ਟਾਈਮ ਆਉਣ 'ਤੇ ਅਸੀਂ ਰਿਵੀਲ ਕਰਾਂਗੇ। ਤੇ ਜੋ ਫਿਲਮ ਸਭ ਫੜੇ ਜਾਣਗੇ ਦੀ ਜਿਹਦੀ ਮੈਂ ਗੱਲ ਕਰ ਰਹੀ ਹਾਂ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਫਿਲਮ ਹੈ, ਕਿਉਂਕਿ ਉਹ ਸਿਰਫ ਇੱਕ ਦਿਨ ਦੀ ਕਹਾਣੀ ਹੈ। ਤੇ ਮੇਰੇ ਖਿਆਲ 'ਚ ਇਹੋ ਜਿਹਾ ਸ਼ਾਇਦ ਪਹਿਲਾਂ ਪੰਜਾਬੀ ਸਿਨੇਮਾ ਦੇ ਵਿੱਚ ਨਹੀਂ ਹੋਇਆ ਹੈ, ਜਾਂ ਫਿਰ ਬਹੁਤ ਘੱਟ ਹੋਇਆ ਹੈ ਕਿ ਇੱਕ ਦਿਨ ਦੀ ਸਾਰੀ ਕਹਾਣੀ ਬੇਸਡ ਹੈ ਉਸ ਫਿਲਮ ਦੇ ਵਿੱਚ। ਤੇ ਉਹ ਮਿਸਟਰੀ ਥ੍ਰਿਲਰ ਹੈ, ਤੇ ਡਿਫਰੈਂਟ ਯੋਨਰਸ ਨੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਆਡੀਅנס ਇਹਨਾਂ ਯੋਨਰਸ ਨੂੰ ਪਿਆਰ ਦੇਊਗੀ। ਅਸੀਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕ ਜਿਹੜੀ ਤੁਹਾਡੀ ਹੁਣ ਮੂਵੀ ਆ ਰਹੀ ਹੈਗੀ ਹੈ ਥ੍ਰਿਲਰ ਮੂਵੀ ਹੈਗੀ ਹੈ, ਤਾਂ ਪੰਜਾਬੀ ਸਿਨੇਮਾ ਪਹਿਲਾਂ ਥੋੜ੍ਹੇ ਜਿਹਾ ਟਾਈਮ ਆਪਾਂ ਗੱਲ ਕਰ ਲਈਏ 4-5 ਸਾਲ ਪਿਛਲਿਆਂ ਦੀ, ਤਾਂ ਵਿਆਹਾਂ 'ਤੇ ਹੀ ਅਟਕ ਗਿਆ ਸੀਗਾ, ਤਾਂ ਹੁਣ ਵਿਆਹਾਂ ਤੋਂ ਬਾਹਰ ਨਿਕਲਦਾ ਨਜ਼ਰ ਆ ਰਿਹਾ। ਹਾਂਜੀ ਬਿਲਕੁਲ, ਬਹੁਤ ਡਿਫਰੈਂਟ ਕਨਸੈਪਟਸ ਹੁਣ ਤਾਂ ਪੰਜਾਬੀ ਸਿਨੇਮਾ ਟਰਾਈ ਕਰ ਰਿਹਾ ਹੈ। ਮੈਂ ਰੀਸੈਂਟਲੀ ਮੂਵੀ ਦੇਖੀ ਸੀ ਆਜਾ ਮੈਕਸੀਕੋ ਚੱਲੀਏ, ਕਿੰਨਾ ਡਿਫਰੈਂਟ ਕਨਸੈਪਟ ਸੀ, ਤੇ ਉਹਨੂੰ ਆਡੀਅנס ਨੇ ਪਸੰਦ ਵੀ ਬਹੁਤ ਜ਼ਿਆਦਾ ਕੀਤਾ। ਆਡੀਅנס ਦੇਖਣ ਆਈ ਇੱਕ ਡਿਫਰੈਂਟ ਕਨਸੈਪਟ ਦੀ ਫਿਲਮ ਨੂੰ ਥੀਏਟਰ ਦੇ ਵਿੱਚ। ਤੇ ਹੋਰ ਵੀ ਵੱਖਰੇ ਐਕਸਪੈਰੀਮੈਂਟਸ ਹੋ ਰਹੇ ਨੇ। ਤੇ ਜਿਵੇਂ ਸਾਡੀ ਫਿਲਮ ਮਾਹੀ ਮੇਰਾ ਨਿੱਕਾ ਜਿਹਾ ਸੀ, ਦੋ ਉਹ ਇੱਕ ਪੰਜਾਬੀ ਕਾਮੇਡੀ ਫਿਲਮ ਹੀ ਸੀ, ਇੱਕ ਫੈਮਿਲੀ ਫਿਲਮ ਸੀ, ਲੇਕਿਨ ਉਹਦੇ ਵਿੱਚ ਵੀ ਇੱਕ ਥੋੜ੍ਹਾ ਜਿਹਾ ਐਲੀਮੈਂਟ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੁੜੀ ਲੰਮੀ ਹੈ ਤੇ ਮੁੰਡੇ ਦੀ ਹਾਈਟ ਛੋਟੀ ਹੈ। ਤੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ ਬਣ ਰਹੀਆਂ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਮੀਦ ਰੱਖਦੀ ਹਾਂ ਕਿ ਆਡੀਅנס ਇਸ ਚੀਜ਼ ਨੂੰ ਜ਼ਿਆਦਾ ਅਸੈਪਟ ਕਰੇ। ਜਿੰਨੀਆਂ ਅਸੀਂ ਡਿਫਰੈਂਟ ਚੀਜ਼ਾਂ ਲੈ ਕੇ ਆਈਏ, ਜਦੋਂ ਤੱਕ ਉਹਨੂੰ ਆਡੀਅנס ਵੱਲੋਂ ਅਸੈਪਟੈਂਸ ਨਹੀਂ ਮਿਲੂਗੀ, ਉਦੋਂ ਤੱਕ ਸਿਨੇਮਾ ਅੱਗੇ ਗਰੋ ਨਹੀਂ ਕਰ ਸਕਦਾ। ਤਾਂ ਇਹ ਆਡੀਅנס ਦੀ ਅਸੈਪਟੈਂਸ ਦੇ ਉੱਤੇ ਬਹੁਤ ਡਿਪੈਂਡ ਕਰਦਾ ਹੈ। ਅਸੀਂ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ 84 ਤੋਂ ਬਾਅਦ ਬੜਾ ਡਾਊਨਫਾਲ ਆਇਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਔਰ ਲੇਕਿਨ ਰਿਵਾਈਵ ਕੀਤਾ ਦੁਬਾਰਾ ਤੋਂ ਹੁਣ ਜੇਕਰ ਆਪਾਂ 2001-2002 ਦੀ ਗੱਲ ਕਰੀਏ ਤਾਂ ਬਹੁਤ ਵੱਡਾ ਮਤਲਬ ਕਿ ਮੁਕਾਮ ਹਾਸਿਲ ਕੀਤਾ ਪੰਜਾਬੀ ਫਿਲਮਾਂ ਨੇ। ਜੇਕਰ ਗੱਲ ਕਰੀਏ ਪੰਜਾਬੀ ਜਿਹੜੇ ਐਕਟਰ ਹੈਗੇ ਨੇ ਹਿੰਦੀ ਫਿਲਮਾਂ ਤੱਕ ਪਹੁੰਚ ਗਏ ਨੇ ਕਿ ਪੰਜਾਬੀ ਗਾਣਿਆਂ ਤੋਂ ਬਿਨਾਂ ਹਿੰਦੀ ਫਿਲਮਾਂ ਚੱਲਦੀਆਂ ਨਹੀਂ ਹੈਗੀਆਂ। ਤਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅੱਜ ਜਿਹੜਾ ਪੰਜਾਬੀ ਸਿਨੇਮਾ ਬੁਲੰਦੀਆਂ ਨੂੰ ਹਾਸਿਲ ਕਰ ਰਿਹਾ, ਔਰ ਤੁਸੀਂ ਉਸ ਦਾ ਇੱਕ ਹਿੱਸਾ ਹੋ, ਤਾਂ ਫਿਰ ਉਦੋਂ ਜਦੋਂ ਮਨ ਦੇ ਵਿੱਚ ਅਜਿਹੀਆਂ ਗੱਲਾਂ ਆਉਂਦੀਆਂ ਤਾਂ ਫਿਰ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ? ਜੀ ਮਾਣ ਅਫਕੋਰਸ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਸਿਨੇਮਾ ਗਰੋ ਕਰ ਰਿਹਾ ਅਤੇ ਆਪਦੀ ਇੱਕ ਲੈਗਸੀ ਬਣਾ ਰਿਹਾ ਹੈ, ਅਤੇ ਮੈਂ ਉਹਦਾ ਹਿੱਸਾ, ਛੋਟਾ ਜਿਹਾ ਪਾਰਟ ਆ ਮੈਂ ਉਹਦਾ। ਲੇਕਿਨ ਨਾਲ ਇਹ ਵੀ ਫੀਲ ਹੁੰਦਾ ਹੈ ਕਿ ਹਲੇ ਤਾਂ ਸਫ਼ਰ ਸ਼ੁਰੂ ਹੀ ਹੋਇਆ ਹੈ, ਬਹੁਤ ਕੁਝ ਦੇ ਕੇ ਜਾਣਾ ਹੈ ਹਲੇ ਤਾਂ ਸਿਰਫ ਮੈਂ ਜਿਹਨੂੰ ਕਹਿ ਸਕਦੇ ਹਾਂ ਕਿ ਆਪਦੇ ਬਹੁਤ ਹੀ ਸ਼ੁਰੂਆਤੀ ਦੌਰ ਦੇ ਉੱਤੇ ਹਾਂ। ਅਤੇ ਉਮੀਦ ਕਰਦੀ ਹਾਂ ਕਿ ਜੇ ਮੈਨੂੰ ਆਡੀਅנס ਵੱਲੋਂ ਪਿਆਰ ਮਿਲੇ ਅਤੇ ਮੈਂ ਵੱਖਰੇ ਤੋਂ ਵੱਖਰੇ ਕਨਸੈਪਟਸ ਕਰ ਸਕਾਂ, ਵਧੀਆ ਤੋਂ ਵਧੀਆ ਸਟੋਰੀਜ਼ ਦੇ ਵਿੱਚ ਇਨਵੋਲਵ ਹੋ ਸਕਾਂ, ਆਪਦੀ ਕਲਾ ਨੂੰ ਹੋਰ ਨਿਖਾਰ ਸਕਾਂ, ਅਤੇ ਕੁਝ ਪੰਜਾਬੀ ਸਿਨੇਮਾ ਨੂੰ ਯਾਦਗਾਰ ਦੇ ਕੇ ਜਾਣ ਜੋਗਰੀ ਬਣ ਸਕਾਂ। ਕਿਉਂਕਿ ਕੁਝ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਸਾਰੀ ਉਮਰ ਲਈ ਯਾਦ ਰੱਖਦੇ ਹਾਂ। ਜੇ ਮੇਰੇ ਫਿਲਮ ਦੇ ਕਰੀਅਰ ਦੇ ਵਿੱਚ ਮੈਨੂੰ ਕਦੇ ਕੋਈ ਇਹੋ ਜਿਹੀ ਫਿਲਮ ਕਰਨ ਦਾ ਮੌਕਾ ਮਿਲੇ ਜਿਹਨੂੰ ਆਡੀਅנס ਸਾਰੀ ਉਮਰ ਯਾਦ ਰੱਖ ਸਕੇ, ਜਿਹਨੂੰ ਮੈਂ ਸਾਰੀ ਉਮਰ ਯਾਦ ਰੱਖ ਸਕਾਂ, ਅਤੇ ਉਹਦੇ ਤੋਂ ਕੁਛ ਸਿੱਖਣ ਨੂੰ, ਕੁਛ ਸਮਾਜ ਦੀ ਸਿੱਖਿਆ ਦੇ ਵਿੱਚ ਉਹਦੇ ਵਿੱਚ ਵਾਧਾ ਹੋ ਸਕੇ, ਤਾਂ ਬਹੁਤ ਖੁਸ਼ਕਿਸਮਤੀ ਦੀ ਗੱਲ ਹੋਊਗੀ ਉਹ। ਤਾਂ ਹਸਨੀਨ, ਕੀ ਅੱਗੇ ਟਾਰਗੇਟ ਲੈ ਕੇ ਚੱਲ ਰਹੇ ਹੋ ਕਿ ਲੰਬਾ ਸਮਾਂ ਇਸ ਫੀਲਡ ਦੇ ਵਿੱਚ ਚੱਲਣਾ, ਜਾਂ ਫਿਰ ਕਈ ਵਾਰੀ ਕੀ ਹੁੰਦਾ ਸਾਡੀ ਪੰਜਾਬੀ ਫੈਮਲੀਜ਼ ਹੁੰਦੀਆਂ, ਉਹ ਕਹਿੰਦੀਆਂ ਬੇਟਾ ਬਹੁਤ ਟਾਈਮ ਹੋ ਗਿਆ, ਹੁਣ ਵਿਆਹ ਕਰਾ ਲਓ, ਜਾਂ ਫਿਰ ਇੱਦਾਂ ਦੀ ਕੋਈ ਗੱਲਬਾਤ? ਇੱਦਾਂ ਦੀ ਗੱਲਬਾਤ ਜੀ ਜ਼ਰੂਰ ਜ਼ਿਹਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ, ਅਤੇ ਮਨ ਦੀ ਇੱਛਾ ਤਾਂ ਮੇਰੀ ਬਿਲਕੁਲ ਇਹੀ ਹੈ ਕਿ ਮੈਂ ਲੰਬਾ ਸਮਾਂ ਇਹਨੂੰ ਇਸ ਤਰੀਕੇ ਨਾਲ ਹੀ ਕੰਟੀਨਿਊ ਕਰ ਸਕਾਂ, ਕਿਉਂਕਿ ਪਿਆਰ ਹੈ ਕੰਮ ਦੇ ਨਾਲ, ਅਤੇ ਖੁਸ਼ ਰਹਿੰਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਉਹ ਕੰਮ ਕਰਦੇ ਹੋ ਜਿਹਦੇ 'ਚ ਤੁਹਾਡਾ ਦਿਲ ਹੁੰਦਾ। ਅਤੇ ਪਰ ਇਹ ਜ਼ਰੂਰ ਹੈ ਕਿ ਇਹ ਸਭ ਕੁਝ ਆਡੀਅנס 'ਤੇ ਬਹੁਤ ਡਿਪੈਂਡ ਕਰਦਾ। ਜੇ ਮੈਨੂੰ
ਲੋਕਾਂ ਵੱਲੋਂ ਉਹ ਪਿਆਰ ਮਿਲਦਾ ਰਹੂਗਾ, ਮੇਰਾ ਕੰਮ ਚੱਲਦਾ ਰਹੂਗਾ, ਤਾਂ ਹੀ ਮੈਂ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਫੈਸਲੇ ਲੈ ਸਕਦੀ ਹਾਂ ਕਿ ਮੈਂ ਅੱਗੇ ਕੰਟੀਨਿਊ ਕਰਨਾ ਹੈ। ਤਾਂ ਮੇਰੇ ਕੋਲ ਵੀ ਕੁਝ ਉਹ ਹੋਣਾ ਚਾਹੀਦਾ ਹੈ ਸੋਲਿਡ ਸਟੈਂਡ ਕਿ ਮੈਂ ਕੰਟੀਨਿਊ ਕਰਨਾ, ਕਿਉਂਕਿ ਮੈਂ ਹੁਣ ਤੱਕ ਆ ਅਚੀਵ ਕੀਤਾ ਅਤੇ ਮੈਨੂੰ ਅੱਗੇ ਦਿਖ ਰਿਹਾ ਕਿ ਮੈਂ ਹੋਰ ਵੀ ਕਰ ਸਕਦੀ ਹਾਂ। ਤਾਂ ਜਦੋਂ ਤੱਕ ਮੈਨੂੰ ਲੱਗਦਾ ਕਿ ਹਾਂ ਮੈਂ ਬਿਲਕੁਲ ਹੋਰ ਕਰ ਸਕਦੀ ਹਾਂ, ਮੈਨੂੰ ਆਡੀਅנס ਵੱਲੋਂ ਪਿਆਰ ਮਿਲ ਰਿਹਾ, ਤਾਂ ਮੈਂ ਬਿਲਕੁਲ ਕਰਦੀ ਰਹਾਂਗੀ। ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਦੇਖਦੇ ਹੋਏ ਮੇਰੇ ਘਰ ਦੇ ਵੀ ਅਤੇ ਜੋ ਵੀ ਮੇਰਾ ਜੀਵਨ ਸਾਥੀ ਵੀ ਹੋਊਗਾ ਉਹ ਵੀ ਇਸ ਚੀਜ਼ ਦੇ ਵਿੱਚ ਮੈਨੂੰ ਸਾਥ ਦੇਣਗੇ ਬਿਲਕੁਲ। ਬਾਕੀ ਇਸ ਦਾ ਸਭ ਕੁਝ ਪਰਮਾਤਮਾ ਦੇ ਹੱਥ ਹੈ, ਜਿਵੇਂ ਕਿਸਮਤ ਦੇ ਵਿੱਚ ਲਿਖਿਆ ਹੋਇਆ, ਜਿਵੇਂ ਰੱਬ ਨੂੰ ਮਨਜ਼ੂਰ ਹੋਇਆ ਉਹ ਹੋਣਾ ਹੀ ਹੈ। ਅੱਛਾ ਹਸਨੀਨ, ਫਿਲਮਾਂ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਚਲੋ ਇੱਕ ਅੱਛਾ ਮੁਕਾਮ ਹਾਸਿਲ ਕੀਤਾ, ਲੇਕਿਨ ਜੇਕਰ ਗੱਲ ਕਰ ਲਈਏ ਹਸਨੀਨ ਦੀ ਆਪਣੀ ਪਸੰਦੀਦਾ ਫਿਲਮ ਕਿਹੜੀ ਹੈ? ਜੀ ਮੈਨੂੰ ਪੰਜਾਬੀ ਅਤੇ ਹਿੰਦੀ ਦੋਨੋਂ ਫਿਲਮਾਂ ਹੀ ਵੈਸੇ ਬਹੁਤ ਵਧੀਆ ਲੱਗਦੀਆਂ ਨੇ। ਜੇ ਮੈਂ ਹਿੰਦੀ ਦੇ ਵਿੱਚ ਗੱਲ ਕਰਾਂ ਤਾਂ ਮੈਨੂੰ ਰੌਕਸਟਾਰ ਫਿਲਮ ਬਹੁਤ ਸੋਹਣੀ ਲੱਗਦੀ ਹੈ, ਅਤੇ ਇਮਤਿਆਜ਼ ਅਲੀ ਦਾ ਜਿੰਨਾ ਵੀ ਸਿਨੇਮਾ ਹੈਗਾ ਉਹ ਬਹੁਤ ਸੋਹਣਾ ਲੱਗਦਾ ਹੈ। ਜ਼ੋਇਆ ਅਖਤਰ ਨੇ ਜਿੰਨੀਆਂ ਵੀ ਫਿਲਮਸ ਬਣਾਈਆਂ ਨੇ, ਦਿਲ ਧੜਕਨੇ ਦੋ, ਅਯਾਨ ਮੁਖਰਜੀ ਦੀ ਇਹ ਜਵਾਨੀ ਹੈ ਦੀਵਾਨੀ, ਇਹ ਫਿਲਮਸ ਬਹੁਤ ਸੋਹਣੀਆਂ ਲੱਗਦੀਆਂ ਨੇ। ਅਤੇ ਜੇ ਮੈਂ ਪੰਜਾਬੀ ਦੀ ਗੱਲ ਕਰਾਂ ਤਾਂ ਪੰਜਾਬੀ ਦੇ ਵਿੱਚ ਵੀ ਕੁਝ ਫਿਲਮਾਂ ਇਹੋ ਜਿਹੀਆਂ ਨੇ ਜੋ ਹਮੇਸ਼ਾ ਲਈ ਆਪਦੀ ਛਾਪ ਛੱਡ ਕੇ ਜਾ ਚੁੱਕੀਆਂ ਨੇ, ਜਿਵੇਂ ਕਿ ਤੇਰਾ ਮੇਰਾ ਕੀ ਰਿਸ਼ਤਾ, ਜਿਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਮੂਵੀ ਸੀ, ਮੈਨੂੰ ਬਹੁਤ ਸੋਹਣੀ ਲੱਗਦੀ ਆ ਉਹ। ਅਤੇ ਉਸ ਤੋਂ ਇਲਾਵਾ ਮੇਲ ਕਰਾ ਦੇ ਰੱਬਾ। ਅਤੇ ਕਾਮੇਡੀ ਫਿਲਮਸ ਦੀ ਗੱਲ ਕਰਾਂ, ਜੱਟ ਐਂਡ ਜੂਲੀਅਟ 2 ਮੈਨੂੰ ਬਹੁਤ ਜ਼ਿਆਦਾ ਪਸੰਦ ਹੈ, ਮੈਂ ਕਿਸੇ ਵੀ ਟਾਈਮ ਬੈਠ ਕੇ ਦੇਖ ਸਕਦੀ ਹਾਂ। ਅਤੇ ਬਟ ਆਈ ਥਿੰਕ ਇਹਦਾ ਕੋਈ ਐਂਡ ਨਹੀਂ ਆ, ਕਿਉਂਕਿ ਇੰਨੀਆਂ ਫਿਲਮਾਂ ਬਣਦੀਆਂ ਨੇ ਅਤੇ ਇੰਨੀ ਬਹੁਤ ਖੂਬਸੂਰਤ ਸਿਨੇਮਾ ਹੈ ਸਾਡੇ ਕੋਲ, ਜਿਹਦੇ ਵਿੱਚੋਂ ਸ਼ਾਇਦ ਚੁਣਿਆ ਨਹੀਂ ਜਾ ਸਕਦਾ ਕਿ ਇਹ ਇੱਕ ਚੀਜ਼ ਮੈਨੂੰ ਪਸੰਦ ਹੈ। ਤਾਂ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ। ਤਾਂ ਹਸਨੀਨ, ਗਾਣੇ ਕਿਹੜੇ ਸੁਣਦੇ ਹੋ, ਹੌਬੀਜ਼ ਕੀ ਨੇ? ਕਿਉਂਕਿ ਇੱਕ ਆਰਟਿਸਟ ਹੁੰਦਾ, ਉਹਦੇ ਅੰਦਰ ਵੀ ਇੱਕ ਇਨਸਾਨ ਹੁੰਦਾ, ਉਹਦੀਆਂ ਵੀ ਆਪਣੀਆਂ ਇੱਛਾਵਾਂ ਹੁੰਦੀਆਂ ਕਿ ਮੈਂ ਇਹ ਚੀਜ਼ ਸੁਣਨੀ ਹੈ। ਤਾਂ ਕਿਹੜੇ ਗਾਣੇ ਸੁਣਨੇ ਪਸੰਦ ਕਰਦੇ ਹੋ, ਹਿੰਦੀ, ਪੰਜਾਬੀ, ਜਾਂ ਫਿਰ ਹੋਰ ਹੌਬੀਜ਼ ਕੀ ਨੇ? ਗਾਣੇ ਮੈਂ ਦੋਨੋਂ ਹੀ ਸੁਣ ਲੈਂਦੀ ਹਾਂ ਜੀ, ਹਿੰਦੀ ਪੰਜਾਬੀ ਦੋਨੋਂ ਗਾਣੇ ਸੁਣ ਲੈਂਦੀ ਹਾਂ। ਮੈਨੂੰ ਜ਼ਿਆਦਾ ਜਿਹਨੂੰ ਕਹਿ ਲਓ ਵੀ ਧੱਕ ਜਿਹੇ ਕਰਨ ਵਾਲੇ ਗਾਣੇ ਨਹੀਂ ਜ਼ਿਆਦਾ ਪਸੰਦ ਹੈਗੇ, ਬਟ ਉਹ ਅਤੇ ਕਲਾਸਿਕ ਜੇ ਗਾਣੇ ਵਧੀਆ ਲੱਗਦੇ ਨੇ। ਫੋਕ ਸੌਂਗਸ ਮੈਨੂੰ ਬਹੁਤ ਸੋਹਣੇ ਲੱਗਦੇ ਨੇ, ਜਾਂ ਫਿਰ ਜਿਹੜੇ ਸਾਡੇ ਪੁਰਾਣੇ ਪੰਜਾਬੀ ਗਾਣੇ ਸੀਗੇ ਉਹ ਵੀ ਮੈਨੂੰ ਬਹੁਤ ਸੋਹਣੇ ਲੱਗਦੇ ਨੇ। ਅਤੇ ਜ਼ਿਆਦਾਤਰ ਮੈਂ ਸਲੋ ਗਾਣੇ ਸੁਣ ਕੇ ਜ਼ਿਆਦਾ ਖੁਸ਼ ਹਾਂ। ਹਾਂਜੀ ਹਸਨੀਨ, ਇੱਕ ਬੜਾ ਹੀ ਮਾੜਾ ਘਟਨਾਕ੍ਰਮ ਹੋਇਆ ਪਿਛਲੇ ਦਿਨੀ, ਇੱਕ ਬਹੁਤ ਹੀ ਵਧੀਆ ਜਿਹਨੇ ਪੰਜਾਬ ਦਾ ਬੜਾ ਨਾਂ ਉੱਚਾ ਕੀਤਾ, ਸਿੱਧੂ ਮੂਸੇਵਾਲਾ, ਉਹਨਾਂ ਦਾ ਬੇਰਹਿਮੀ ਦੇ ਨਾਲ ਮਰਡਰ ਕਰ ਦਿੱਤਾ ਗਿਆ। ਤਾਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਜਿਹੜਾ ਲਾਅ ਐਂਡ ਆਰਡਰ ਹੈਗਾ ਉਹਦੀ ਸਥਿਤੀ ਕੋਈ ਬਾਹਲੀ ਚੰਗੀ ਨਹੀਂ ਹੈਗੀ? ਕਿਉਂਕਿ ਜਿਹੜਾ ਗੈਂਗਸਟਰ ਕਲਚਰ ਹੈਗਾ ਹੁਣ ਇਹ ਪੰਜਾਬੀ ਫਿਲਮ ਇੰਡਸਟਰੀ ਜਾਂ ਫਿਰ ਮਿਊਜ਼ਿਕ ਇੰਡਸਟਰੀ ਦੇ ਉੱਤੇ ਭਾਰੀ ਹੋ ਰਿਹਾ। ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਜਿਹੜੇ ਲੋਕ ਹੈਗੇ ਨੇ ਕਿ ਪ੍ਰਸਿੱਧੀ ਹਾਸਲ ਕਰਨਾ ਹੁਣ ਇੱਕ ਗੁਨਾਹ ਹੋ ਗਿਆ? ਜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਬਿਲਕੁਲ ਤੁਹਾਡੀ ਗੱਲ ਆਪਣੀ ਜਗ੍ਹਾ 'ਤੇ ਬਿਲਕੁਲ ਜਾਇਜ਼ ਹੈ ਕਿ ਇਹਦੇ ਵਿੱਚ ਲਾਅ ਐਂਡ ਆਰਡਰ ਦੀ ਸਿਸਟਮ ਦੀ ਇੱਕ ਬਹੁਤ ਵੱਡੀ ਗਲਤੀ ਹੈ ਕਿ ਸਾਨੂੰ ਇਹ ਦਿਨ ਦੇਖਣਾ ਪਿਆ, ਕਿ ਇਹ ਦਿਨ ਸਾਡੇ ਸਾਹਮਣੇ ਆਇਆ। ਪਰ ਜਿੱਦਾਂ ਤੁਸੀਂ ਕਿਹਾ ਕਿ ਪ੍ਰਸਿੱਧੀ ਹਾਸਿਲ ਕਰਨ ਲਈ ਕਿ ਲੋਕ ਕੁਛ ਵੀ, ਤਾਂ ਮੇਰੇ ਖਿਆਲ 'ਚ ਕਿਤੇ ਨਾ ਕਿਤੇ ਗੈਂਗਸਟਰਸ ਦਾ ਮੋਟਿਵ ਇਹੀ ਹੁੰਦਾ ਹੈਗਾ ਕਿ ਸਿਰਫ ਪੈਸੇ ਤੱਕ ਨਹੀਂ ਉਹਨਾਂ ਦੀ ਇੰਟੈਂਸ਼ਨ ਹੁੰਦੀ, ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਵੀ ਦਬਦਬਾ ਬਣਿਆ ਰਹੇ, ਸਾਡਾ ਵੀ ਫੇਮ ਹੋਵੇ, ਸਾਡਾ ਨਾਮ ਵੱਧ ਤੋਂ ਵੱਧ ਬਣੇ। ਤਾਂ ਮੇਰੀ ਉਮੀਦ ਤਾਂ ਬਸ ਇਹੀ ਹੈ ਕਿ ਜੋ ਇਹ ਘਟਨਾ ਹੋਈ ਹੈ ਇਹਨੂੰ ਜਲਦੀ ਤੋਂ ਜਲਦੀ ਜਸਟਿਸ ਮਿਲੇ, ਅਤੇ ਵਾਪਸ ਤੋਂ ਇਹੋ ਜਿਹਾ ਕੁਛ ਵੀ ਸਾਨੂੰ ਸਾਡੇ ਪੰਜਾਬ ਦੇਸ਼ ਦੇ ਵਿੱਚ ਬਿਲਕੁਲ ਵੀ ਦੇਖਣ ਨੂੰ ਨਾ ਮਿਲੇ ਕਦੇ ਵੀ। ਹਸਨੀਨ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਤੁਹਾਡਾ ਬਰਥ ਮੈਨੂੰ ਲੱਗਦਾ 1995 ਦਾ, ਲੇਕਿਨ ਪਹਿਲਾਂ ਵੀ ਇਹ ਚੀਜ਼ਾਂ ਘਟਨਾਵਾਂ ਹੋ ਚੁੱਕੀਆਂ ਨੇ। ਜੇਕਰ ਗੱਲ ਕਰ ਲਈਏ ਤਾਂ ਪੰਜਾਬੀ ਇੰਡਸਟਰੀ ਦੇ ਥੰਮ ਮੰਨੇ ਜਾਂਦੇ ਸੀ ਵਰਿੰਦਰ, ਉਹਨਾਂ ਦਾ ਵੀ ਜਗਰਾਓਂ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਮਰਡਰ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਦਿਲਸ਼ਾਦ ਅਖਤਰ ਸੀਗੇ, ਬਹੁਤ ਅੱਛੇ ਸਿੰਗਰ ਸੀਗੇ, ਉਹਨਾਂ ਦਾ ਵੀ ਮਰਡਰ ਹੋ ਗਿਆ ਸੀ। ਜਾਂ ਫਿਰ ਅਮਰ ਸਿੰਘ ਚਮਕੀਲਾ, ਉਹਨਾਂ ਦਾ ਮਰਡਰ ਹੋਇਆ। ਤਾਂ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਘਟੀਆਂ ਨੇ ਜਿਹੜੀਆਂ ਪਹਿਲਾਂ ਸ਼ਾਇਦ ਤੁਹਾਡੇ ਬਰਥ ਤੋਂ ਪਹਿਲਾਂ ਦੀਆਂ ਹੋਣਗੀਆਂ ਤਾਂ ਸਾਰੀਆਂ ਘਟਨਾਵਾਂ, ਲੇਕਿਨ ਇਹ ਘਟਨਾਵਾਂ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜਦੀਆਂ ਜ਼ਰੂਰ ਨੇ ਕਿ ਆਖਿਰ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ, ਮਿਊਜ਼ਿਕ ਇੰਡਸਟਰੀ ਹੈਗੀ ਹੈ, ਇਹਦੇ ਜਿਹੜੇ ਲੋਕ ਹੈਗੇ ਨੇ ਇਹ ਇਕੱਠੇ ਹੋ ਕੇ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ?
ਜੀ ਇਕੱਠੇ ਹੋ ਕੇ ਆਵਾਜ਼ ਤਾਂ ਬੁਲੰਦ ਜ਼ਰੂਰ ਕਰਦੇ ਨੇ, ਕਿਉਂਕਿ ਜੇ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲਾ ਦੀ ਡੈਥ ਤੋਂ ਬਾਅਦ ਜਿਸ ਤਰੀਕੇ ਨਾਲ ਲੋਕ ਇਕੱਠੇ ਹੋਏ ਨੇ, ਸਿਰਫ ਇੰਡਸਟਰੀ ਦੇ ਲੋਕ ਹੀ ਨਹੀਂ, ਬਾਹਰ ਸਾਰੀ ਦੁਨੀਆ ਹੀ ਜਿਸ ਤਰੀਕੇ ਨਾਲ ਇਕੱਠੀ ਹੋਈ ਹੈ ਅਤੇ ਸਿਰਫ ਇੱਕ ਜਸਟਿਸ ਦੀ ਮੰਗ ਕਰ ਰਹੇ ਨੇ, ਤਾਂ ਜ਼ਰੂਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਵਿੱਚ ਯੂਨਿਟੀ ਨਹੀਂ ਹੈਗੀ। ਪਰ ਇਹਦੇ ਵਿੱਚ ਮੈਂ ਕਹੂੰਗੀ ਕਿ ਕੁਝ ਚੀਜ਼ਾਂ ਬਿਲਕੁਲ ਵੀ ਸ਼ਾਇਦ ਸਾਡੇ ਹੱਥ ਵੱਸ ਨਹੀਂ ਹੁੰਦੀਆਂ। ਅਤੇ ਜੇ ਕ੍ਰਾਈਮ ਦੀ ਗੱਲ ਕੀਤੀ ਜਾਵੇ ਤਾਂ ਕ੍ਰਾਈਮ ਕਿਤੇ ਨਾ ਕਿਤੇ ਲਾਈਫ ਦੇ ਸਾਰੇ ਐਸਪੈਕਟਸ ਦੇ ਵਿੱਚ ਹੀ ਇਨਵੋਲਵਡ ਹੈਗਾ, ਅਤੇ ਇਹ ਜ਼ਰੂਰੀ ਨਹੀਂ ਕਿ ਜੇ ਇੰਡਸਟਰੀ ਦੇ ਵਿੱਚ ਆ ਘਟਨਾਵਾਂ ਹੋਈਆਂ ਨੇ ਤਾਂ ਇੰਡਸਟਰੀ ਤੋਂ ਬਾਹਰ ਕਿਤੇ ਕੋਈ ਕ੍ਰਾਈਮ ਕਦੇ ਹੁੰਦਾ ਨਹੀਂ ਹੈ, ਜਾਂ ਉੱਥੇ ਲੋਕਾਂ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ। ਜਿਵੇਂ ਕਿ ਜੇ ਅਸੀਂ ਫਿਰੌਤੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਿਰਫ ਇਕੱਲੇ ਇੰਡਸਟਰੀ ਦੇ ਲੋਕਾਂ ਨੂੰ ਨਹੀਂ ਟਾਰਗੇਟ ਕੀਤਾ ਜਾਂਦਾ, ਉੱਥੇ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੈ। ਅਤੇ ਮੈਂ ਕਹੂੰਗੀ ਕਿ ਮੇਰੀ ਨੌਲੇਜ ਹਲੇ ਬਹੁਤ ਘੱਟ ਹੈ ਇਸ ਚੀਜ਼ ਦੇ ਉੱਤੇ ਕੋਈ ਓਪੀਨੀਅਨ ਰੱਖਣ ਦੇ ਲਈ, ਪਰ ਮੈਂ ਸਿਰਫ ਇੰਨਾ ਜ਼ਰੂਰ ਫੀਲ ਕਰਦੀ ਹਾਂ ਕਿ ਬਹੁਤ ਮੰਦਭਾਗੀ ਹੈ, ਅਤੇ ਜੋ ਵੀ ਹੋਵੇ ਇਹੋ ਜਿਹਾ ਕੁਛ ਨਹੀਂ ਹੋਣਾ ਚਾਹੀਦਾ, ਅਤੇ ਸਾਨੂੰ ਸਮਾਜਿਕ ਤੌਰ ਦੇ ਉੱਤੇ ਇੱਕ ਸੂਝ-ਬੂਝ ਰੱਖਣੀ ਚਾਹੀਦੀ ਹੈ, ਅਤੇ ਉਸ ਇਕੱਠੇ ਹੋ ਕੇ ਹੀ ਇਕੱਠੇ ਹੋ ਕੇ ਹੀ ਅੱਗੇ ਵਧਣਾ ਚਾਹੀਦਾ। ਅਤੇ ਲਾਅ ਐਂਡ ਆਰਡਰ ਨੂੰ ਆਈ ਥਿੰਕ ਇਸ ਟਾਈਮ ਦੇ ਉੱਤੇ ਜਿੰਨਾ ਸਟ੍ਰਿਕਟ ਹੋਣ ਦੀ ਲੋੜ ਹੈ, ਸ਼ਾਇਦ ਉਸ ਤੋਂ ਜ਼ਿਆਦਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤਾਂ ਜੇਕਰ ਗੱਲ ਕਰ ਲਈਏ ਹਸਨੀਨ, ਪਾਪਾ ਦੀ ਕਿੰਨੀ ਕੁ ਸਪੋਰਟ ਰਹੀ? ਕਿਉਂਕਿ ਮੈਂ ਸਵਾਲ ਪੁੱਛਿਆ ਨਹੀਂ ਸੀ, ਮੈਂ ਮੰਮਾ ਦਾ ਜ਼ਰੂਰ ਪੁੱਛ ਲਿਆ ਸੀ। ਚਲੋ ਜਦੋਂ ਤੁਸੀਂ ਇਸ ਪਲੇਟਫਾਰਮ 'ਤੇ ਪਹੁੰਚ ਗਏ, ਗੱਡੀ ਲੀ 'ਤੇ ਚੜ੍ਹ ਗਈ, ਤਾਂ ਫਿਰ ਉਸ ਤੋਂ ਬਾਅਦ ਪਾਪਾ ਦੀ ਕਿੰਨੀ ਕੁ ਸਪੋਰਟ ਰਹੀ? ਪਾਪਾ ਦੀ ਸਪੋਰਟ ਕਰਕੇ ਹੀ ਸਾਰਾ ਕੁਛ ਹੈ ਜੀ, ਜੋ ਵੀ ਹੈ। ਅਤੇ ਮੈਨੂੰ ਜਦੋਂ ਵੀ ਮੇਰੇ ਕੋਈ ਵੀ ਚੀਜ਼ ਰਿਲੀਜ਼ ਹੋਣ ਵਾਲੀ ਹੁੰਦੀ ਹੈ, ਉਹਦਾ ਪੋਸਟਰ ਆ ਰਿਹਾ ਹੁੰਦਾ ਜਾਂ ਕੁਛ ਵੀ ਹੁੰਦਾ, ਤਾਂ ਮੈਂ ਸਭ ਤੋਂ ਪਹਿਲਾਂ ਉਹ ਪਾਪਾ ਨੂੰ ਹੀ ਸੈਂਡ ਕਰਦੀ ਹਾਂ। ਅਤੇ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਬਹੁਤ ਦਿਲੋਂ ਖੁਸ਼ ਹੁੰਦੇ ਨੇ ਇਹ ਸਭ ਕੁਝ ਦੇਖ ਕੇ। ਈਵਨ ਕਿ ਜਦੋਂ ਸਾਡੀ ਫਿਲਮ ਰਿਲੀਜ਼ ਹੋਈ, ਉਹ ਹਫਤਾ ਥੋੜ੍ਹਾ ਜਿਹਾ ਇਸ ਤਰੀਕੇ ਦਾ ਸੀ ਕਿ ਹਾਲੇ ਆਪਦਾ ਖੁਦ ਦਾ ਮਨ ਵੀ ਨਹੀਂ ਕਰ ਰਿਹਾ ਸੀ ਦੇਖਣ ਜਾਣ ਨੂੰ, ਅਤੇ ਉਦੋਂ ਸਾਡੀ ਫੈਮਿਲੀ ਦੇ ਵਿੱਚ ਵੀ ਕੁਛ ਹਾਲਾਤ ਠੀਕ ਨਹੀਂ ਸੀਗੇ ਉਸ ਟਾਈਮ ਦੇ ਉੱਤੇ, ਅਤੇ ਦੇਖ ਨਹੀਂ ਪਾ ਰਹੇ ਸੀ ਅਸੀਂ। ਅਤੇ ਸਭ ਆਈ ਥਿੰਕ ਸਾਰੇ ਭੁੱਲ ਚੁੱਕੇ ਸੀਗੇ ਕਿ ਫਿਲਮ ਲੱਗੀ ਹੋਈ ਹੈ, ਦੇਖਣ ਜਾਣਾ ਹੈ, ਬਟ ਪਾਪਾ ਨੂੰ ਜ਼ਰੂਰ ਸੀ। ਅਤੇ ਜਿਵੇਂ ਹੀ ਹਾਲਾਤ ਥੋੜ੍ਹੇ ਜਿਹੇ ਠੀਕ ਹੋਏ ਅਤੇ ਹਲੇ ਫਿਲਮ ਲੱਗੀ ਹੋਈ ਸੀਗੀ ਥੀਏਟਰਸ ਦੇ ਵਿੱਚ, ਤਾਂ ਪਾਪਾ ਨੇ ਕਿਹਾ ਵੀ ਨਹੀਂ ਆਪਾਂ ਚੱਲਣਾ, ਅਤੇ ਅਸੀਂ ਸਪੈਸ਼ਲੀ ਪਲਾਨ ਬਣਾਇਆ ਅਤੇ ਦੇਖ ਕੇ ਆਏ। ਤਾਂ ਉਹ ਹਰ ਇੱਕ ਚੀਜ਼ ਜੋ ਵੀ ਮੇਰੀ ਰਿਲੀਜ਼ ਹੋਈ ਹੈ ਅੱਜ ਤੱਕ, ਪਾਪਾ ਨੇ ਦੇਖੀ ਹੁੰਦੀ ਹੈ। ਕਿੱਥੋਂ ਲੱਭ ਕੇ ਕੱਢ ਕੇ ਦੇਖ ਲੈਂਦੇ ਨੇ ਮੈਨੂੰ ਨਹੀਂ ਪਤਾ, ਪਰ ਉਹ ਦੇਖ ਲੈਂਦੇ ਨੇ। ਸ਼ਾਇਦ ਮੰਮਾ ਨੇ ਨਹੀਂ ਕਦੇ ਹਰ ਇੱਕ ਚੀਜ਼ ਇੰਨੇ ਧਿਆਨ ਨਾਲ ਦੇਖੀ ਹੈਗੀ, ਅਤੇ ਇਹ ਚੀਜ਼ ਮੈਂ ਫੀਲ ਕਰਦੀ ਹਾਂ ਕਿ ਉਹ ਦਿਲੋਂ ਚਾਹੁੰਦੇ ਨੇ ਕਿ ਇਹ ਵਧੀਆ ਕਰੇ, ਅੱਗੇ ਵਧੇ, ਅਤੇ ਮੈਨੂੰ ਵੀ ਇਹ ਰਿਸਪੋਂਸੀਬਿਲਿਟੀ ਫੀਲ ਹੁੰਦੀ ਹੈ ਕਿ ਸਫ਼ਰ ਇਸੇ ਤਰੀਕੇ ਨਾਲ ਰਹੇ। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਜਿਹੜਾ ਪੁੱਤ ਹੁੰਦਾ ਉਹਦੀ ਜਿਹੜੀ ਕਹਿ ਲਈਏ ਕਿ ਮਾਂ ਦੇ ਨਾਲ ਜ਼ਿਆਦਾ ਬਣਦੀ ਹੁੰਦੀ ਹੈ, ਲੇਕਿਨ ਜਿਹੜੀ ਧੀ ਹੁੰਦੀ ਹੈ ਉਹਦੀ ਅਟੈਚਮੈਂਟ ਆਪਣੇ ਫਾਦਰ ਦੇ ਨਾਲ ਜ਼ਿਆਦਾ ਹੁੰਦੀ ਹੈ। ਇਹ ਆਖਿਰ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਹੈ? ਹਾਂਜੀ, ਮੈਨੂੰ ਕਿਤੇ ਨਾ ਕਿਤੇ ਜ਼ਰੂਰ ਫੀਲ ਹੁੰਦਾ ਹੈ, ਕਿਉਂਕਿ ਮੇਰੇ ਘਰ ਦੇ ਮਾਹੌਲ ਦੇ ਵਿੱਚ ਤਾਂ ਇਹ ਬਿਲਕੁਲ ਸਹੀ ਹੈ। ਮੇਰੇ ਫਾਦਰ ਨਾਲ ਜ਼ਿਆਦਾ ਬਣਦੀ ਹੈ, ਅਤੇ ਮੇਰੇ ਬ੍ਰਦਰ ਦੀ ਮੇਰੇ ਮੰਮਾ ਨਾਲ ਜ਼ਿਆਦਾ ਬਣਦੀ ਹੈ। ਅਤੇ ਸਾਨੂੰ ਕੋਈ ਵੀ ਚੀਜ਼ ਮਨਵਾਉਣੀ ਹੁੰਦੀ ਹੈ ਜਦੋਂ, ਤਾਂ ਸਾਨੂੰ ਪਤਾ ਹੁੰਦਾ ਕਿ ਜੇ ਮੇਰੇ ਬ੍ਰਦਰ ਨੇ ਕੋਈ ਚੀਜ਼ ਮਨਵਾਉਣੀ ਹੈ ਤਾਂ ਉਹਨੇ ਮੰਮਾ ਨੂੰ ਮਨਾ ਲੈਣਾ, ਮੈਂ ਮਨਵਾਉਣੀ ਹੈ ਤਾਂ ਮੈਂ ਪਾਪਾ ਨੂੰ ਮਨਾ ਲੈਣਾ। ਤਾਂ ਇਹ ਕਿਤੇ ਨਾ ਕਿਤੇ ਤਾਂ ਇਹ ਜ਼ਰੂਰ ਸਹੀ ਹੈ। ਹੋਰ ਕਿਤੇ ਨਾ ਹੋਵੇ ਤਾਂ ਮੇਰੇ ਘਰ ਦੇ ਮਾਹੌਲ ਦੇ ਵਿੱਚ ਤਾਂ ਬਿਲਕੁਲ ਇਹ ਹੈ। ਇੱਕ ਹਸਨੈਨ, 2 ਫਿਲਮਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕੋਵਿਡ ਕਰਕੇ। ਜੇਕਰ ਗੱਲ ਕਰ ਲਈਏ, ਤੁਹਾਡੀ ਮੂਵੀ ਸੀ ਤੁਣਕਾ ਤੁਣਕਾ, ਅਤੇ ਦੂਜੀ ਚੱਲ ਮੇਰਾ ਪੁੱਤ ਸੀ ਜਿਹੜੀ 3 ਬਣੀ ਸੀਗੀ, ਤਾਂ ਇਹ ਦੋਵੇਂ ਕੋਵਿਡ 'ਚ ਫਸ ਗਈਆਂ, ਜਦ ਕਿ ਬਹੁਤ ਅੱਛੀਆਂ ਮੂਵੀ ਸੀਗੀਆਂ। ਮੈਂ ਕਹਿੰਦਾ ਕਿ ਬਹੁਤ ਬੁਲੰਦੀਆਂ 'ਤੇ ਇਹਨਾਂ ਨੇ ਜਾਣਾ ਸੀ, ਲੇਕਿਨ ਨੁਕਸਾਨ ਬੜਾ ਹੋ ਗਿਆ ਕੋਵਿਡ ਕਰਕੇ। ਤਾਂ ਕਿਤੇ ਕਿਤੇ ਮਨ ਦੇ ਵਿੱਚ ਰੰਜ ਹੁੰਦਾ ਕਿ ਆਖਿਰ ਅਚਾਨਕ ਇਹ ਸਭ ਕੁਝ ਘਟ ਗਿਆ, ਜਿਹਦੇ ਕਰਕੇ ਇਹ ਜਿਹੜੀਆਂ ਮੂਵੀਜ਼ ਨੇ, ਜਿਹੜਾ ਇਹਨਾਂ ਨੇ ਮੁਕਾਮ ਹਾਸਿਲ ਕਰਨਾ ਸੀਗਾ, ਉਹ ਮੁਕਾਮ ਹਾਸਿਲ ਕਰਨ ਤੋਂ ਪਿੱਛੇ ਰਹਿ ਗਈਆਂ। ਤਾਂ ਉਹਦਾ ਰੰਜ ਹੁੰਦਾ ਕਦੇ ਦਿਲ ਦੇ ਵਿੱਚ? ਵੈਰੀ ਓਨੈਸਟਲੀ ਵੈਸੇ ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਮੈਨੂੰ ਇੱਦਾਂ ਨਹੀਂ ਫੀਲ ਹੁੰਦਾ, ਕਿਉਂਕਿ ਤੁਣਕਾ ਤੁਣਕਾ ਕੋਵਿਡ ਤੋਂ ਬਾਅਦ ਆਈ ਥਿੰਕ ਪਹਿਲੀ ਫਿਲਮ ਸੀ ਜਿਹੜੀ ਥੀਏਟਰਸ ਦੇ ਵਿੱਚ ਲੱਗੀ ਸੀ, ਅਤੇ ਕਿਤੇ ਨਾ ਕਿਤੇ ਸਾਨੂੰ ਉਸ ਗੱਲ ਦਾ ਬੈਨੀਫਿਟ ਹੋਇਆ ਕਿ ਥੀਏਟਰਸ, ਕਿਉਂਕਿ ਸਾਡੇ ਦੋਵਾਂ ਦੀ ਡੈਬਿਊ ਫਿਲਮ ਸੀ, ਹਰਦੀਪ ਜੀ ਦੀ ਵੀ ਡੈਬਿਊ ਸੀ, ਮੇਰੀ ਵੀ ਡੈਬਿਊ ਸੀ। ਕੌਨਸੈਪਟ ਜ਼ਰੂਰ ਵੱਖਰਾ ਸੀ, ਲੇਕਿਨ ਸਾਨੂੰ ਇਹ ਨਹੀਂ ਪਤਾ ਸੀ ਕਿ ਸਾਨੂੰ ਆਡੀਅנס ਦੀ ਇੰਨੀ ਸਪੋਰਟ ਮਿਲ ਪਾਊਗੀ ਜਾਂ ਨਹੀਂ ਮਿਲ ਪਾਊਗੀ। ਤਾਂ ਕਿਤੇ ਨਾ ਕਿਤੇ ਉਹ ਇੱਕ ਬਹੁਤ ਵੱਡਾ ਫੈਕਟਰ ਰਿਹਾ ਕਿ ਜਦੋਂ ਕੋਵਿਡ ਤੋਂ ਬਾਅਦ ਉਹ ਪਹਿਲੀ ਫਿਲਮ ਆਈ ਤਾਂ ਉਹ ਲੋਕਾਂ ਦੇ ਧਿਆਨ ਦੇ ਵਿੱਚ ਆਈ,
ਜੇ ਕਿਤੇ ਕੋਵਿਡ ਦਾ ਪੀਰੀਅਡ ਨਾ ਹੁੰਦਾ ਤੇ ਉਹ ਫਿਲਮਾਂ ਦੇ ਵਿੱਚ ਹੀ ਆ ਰਹੀ ਹੁੰਦੀ ਤਾਂ ਸ਼ਾਇਦ ਸਾਨੂੰ ਉਨੀ ਅਟੈਂਸ਼ਨ ਨਾ ਮਿਲ ਪਾਉਂਦੀ, ਸ਼ਾਇਦ ਅਸੀਂ ਉਹਨਾਂ ਲੋਕਾਂ ਦੇ ਸਾਹਮਣੇ ਨਾ ਮੇਬੀ ਆ ਵੀ ਜਾਂਦੇ, ਜਿਵੇਂ ਤੁਸੀਂ ਕਹਿ ਰਹੇ ਹੋ ਸ਼ਾਇਦ ਉਸ ਤੋਂ ਵੀ ਵੱਧ ਕਰ ਜਾਂਦੇ। ਪਰ ਉਸ ਟਾਈਮ ਦੇ ਉੱਤੇ ਰਿਲੀਜ਼ ਹੋ ਕੇ ਵੀ, ਉਦੋਂ ਥੀਏਟਰਸ ਦੀ 50% ਆਕਿਊਪੈਂਸੀ ਸੀ, ਪਰ ਉਸ ਟਾਈਮ ਦੇ ਉੱਤੇ ਰਿਲੀਜ਼ ਹੋ ਕੇ ਵੀ ਉਹ ਫਿਲਮ ਨੇ ਬਹੁਤ ਵਧੀਆ ਬਿਜ਼ਨਸ ਕੀਤਾ। ਉਹ ਟੀਵੀ ਦੇ ਉੱਤੇ ਵੀ ਹਰ ਦਿਨ ਵਾਂਗੂ ਚੱਲਦੀ ਹੀ ਰਹਿੰਦੀ ਹੈ ਅਤੇ ਮੈਂ ਤਾਂ ਬਹੁਤ ਖੁਸ਼ ਹਾਂ ਕਿ ਤੁਨਕਾ ਤੁਨਕਾ ਦੇ ਜੋ ਰਿਜ਼ਲਟਸ ਆਏ ਨੇ ਪਰ ਲੇਕਿਨ ਹਾਂ ਇਸ ਚੀਜ਼ ਦਾ ਰੰਜ ਜ਼ਰੂਰ ਫੀਲ ਹੁੰਦਾ ਕਿ ਕੋਵਿਡ ਕਰਕੇ ਜਿਹੜੇ ਸਾਲ 1.5 ਸਾਲ ਜ਼ਿੰਦਗੀ ਸਲੋ ਹੋ ਗਈ ਸੀ ਜਿਹੜੀ, ਉਹ ਅਤੇ ਸਿਨੇਮਾ ਦੀ ਰੌਣਕਾਂ ਚਲੀਆਂ ਗਈਆਂ ਸੀ, ਉਹ ਜ਼ਰੂਰ ਫੀਲ ਹੁੰਦਾ। ਪਰ ਲੇਕਿਨ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਸੇਫ ਹਾਂ, ਘਰ ਪਰਿਵਾਰ ਬਿਲਕੁਲ ਠੀਕ ਠਾਕ ਹੈ, ਕੋਈ ਨੁਕਸਾਨ ਨਹੀਂ ਹੋਇਆ ਅਤੇ ਹੁਣ ਵਾਪਸ ਤੋਂ ਸਿਨੇਮਾ ਦੀਆਂ ਰੌਣਕਾਂ ਆ ਗਈਆਂ ਨੇ, ਹਰ ਕਿਸੇ ਨੂੰ ਆਪਦਾ ਰੋਜ਼ਗਾਰ ਵਾਪਸ ਤੋਂ ਮਿਲ ਗਿਆ ਅਤੇ ਇਹੋ ਜਿਹੀ ਬਿਮਾਰੀ ਤੋਂ ਦੂਰ ਹੀ ਰਹੀਏ ਅਤੇ ਸੇਫ ਰਹੀਏ, ਪ੍ਰੋਟੈਕਟਡ ਰਹੀਏ, ਇਹੀ ਸਭ ਤੋਂ ਚੰਗਾ। ਹਸਨੀਨ, ਇੱਕ ਗੱਲ ਹੋਰ ਹੈਗੀ ਹੈ ਕਿ ਬਹੁਤ ਸਾਰੇ ਜਿਹੜੇ ਬੱਚੇ ਹੁੰਦੇ ਨੇ, ਜੇਕਰ ਗੱਲ ਕਰ ਲਈਏ ਖਾਸ ਕਰਕੇ ਆਪਾਂ ਬੇਟੀਆਂ ਦੀ ਗੱਲ ਕਰ ਲਈਏ ਤਾਂ ਕਈ ਵਾਰ ਕੀ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਬੈਠਿਆ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਤਾਂ ਆਪਣੇ ਪਰਿਵਾਰ ਨੂੰ ਦੱਸਤਾ ਕਿ ਮੈਂ ਮੂਵੀਜ਼ ਦੇ ਵਿੱਚ ਜਾਣਾ ਹੈਗਾ, ਆਪਣਾ ਕੈਰੀਅਰ ਬਣਾਉਣਾ ਹੈਗਾ, ਤਾਂ ਕਈ ਬੱਚੇ ਹੁੰਦੇ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਇੱਕ ਅਜਿਹਾ ਡਰ ਹੁੰਦਾ ਕਿ ਦੱਸਾਂਗੇ ਪਰਿਵਾਰ ਵਾਲੇ ਮੰਨਣਗੇ ਨਹੀਂ ਮੰਨਣਗੇ, ਪਤਾ ਨਹੀਂ ਕੀ ਹੋਊਗਾ। ਕਈ ਵਾਰੀ ਉਹ ਆਪਣੇ ਅਰਮਾਨ ਨੇ ਜਿਹੜੇ ਦਿਲ 'ਚ ਹੀ ਦੱਬ ਲੈਂਦੇ ਨੇ। ਤਾਂ ਕੀ ਮੈਸੇਜ ਦੇਣਾ ਚਾਹੋਗੇ ਅਜਿਹੀਆਂ ਧੀਆਂ ਨੂੰ ਜੋ ਕਿ ਟੈਲੈਂਟਡ ਬਹੁਤ ਨੇ, ਟੈਲੈਂਟ ਬਹੁਤ ਹੈਗਾ ਲੇਕਿਨ ਐਕਸਪਲੇਨ ਨਹੀਂ ਕਰ ਪਾਉਂਦੇ, ਕੀ ਮੈਸੇਜ ਆ ਉਹਨਾਂ ਲਈ? ਜੀ ਮੈਸੇਜ ਵੈਸੇ ਮੈਂ ਦੋਨਾਂ ਲਈ ਕਹੂੰਗੀ ਕਿ ਜੇ ਕਿਸੇ ਬੱਚੇ ਦੇ ਵਿੱਚ ਟੈਲੈਂਟ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਪੇਰੈਂਟਸ ਲਈ ਮੈਸੇਜ ਹੈ ਕਿ ਅੰਡਰਸਟੈਂਡਿੰਗ ਹੋਣ ਦੀ ਕੋਸ਼ਿਸ਼ ਕਰੋ। ਸ਼ਾਇਦ ਹਰ ਕਿਸੇ ਦੇ ਕੋਲੇ ਉਨੀ ਰਿਸੋਰਸਿਸ ਨਹੀਂ ਹੁੰਦੀਆਂ ਅਤੇ ਉਨੇ ਮੁਕਾਮ ਹਾਸਿਲ ਕਰਨ ਦੀਆਂ ਓਪਰਚੁਨਿਟੀਜ਼ ਨਹੀਂ ਹੁੰਦੀਆਂ, ਲੇਕਿਨ ਕੋਸ਼ਿਸ਼ ਤੋਂ ਨਾ ਰੋਕਿਆ ਜਾਵੇ। ਜੇ ਬਹੁਤਾ ਨਾ ਸਹੀ ਤਾਂ ਇੱਕ ਟਾਈਮ ਫਰੇਮ ਦੇ ਵਿੱਚ ਤਾਂ ਜ਼ਰੂਰ ਆਪਦੇ ਬੱਚੇ ਨੂੰ ਚਾਂਸ ਦੇਣਾ ਚਾਹੀਦਾ ਕਿ ਤੈਨੂੰ 1 ਸਾਲ ਦਿੱਤਾ ਹੈ, ਤੈਨੂੰ 2 ਸਾਲ ਦਿੱਤੇ, ਤੂੰ ਇੱਕ ਕੋਸ਼ਿਸ਼ ਕਰਕੇ ਦੇਖ ਲੈ ਅਤੇ ਜੇ ਕੁਛ ਬਣਦਾ ਹੋਇਆ ਤਾਂ ਅਸੀਂ ਤੇਰੇ ਨਾਲ ਹਾਂ। ਐਵੇਂ ਨਹੀਂ ਕਿ ਹਾਂ ਆਪਦਾ ਸਾਰਾ ਕੁਛ ਛੱਡ ਕੇ ਪਿੱਛੇ ਅਤੇ ਤੁਸੀਂ ਕਰ ਲਓ, ਕਿਉਂਕਿ ਤੁਹਾਡਾ ਜੋ ਘਰ ਦੇ ਧਿਆਨ ਰੱਖ ਸਕਦੇ ਨੇ, ਜੋ ਇੰਨਾ ਚੰਗਾ ਤੁਹਾਡਾ ਘਰ ਦੇ ਤੁਹਾਡੇ ਬਾਰੇ ਸੋਚ ਸਕਦੇ ਨੇ, ਉਹਨਾਂ ਕੋਈ ਨਹੀਂ ਸੋਚ ਸਕਦਾ ਹੈਗਾ। ਅਤੇ ਦੂਜਾ ਮੈਸੇਜ ਇਹ ਕੁੜੀਆਂ ਲਈ ਜਾਂ ਬੱਚਿਆਂ ਲਈ ਜੋ ਵੀ ਪਰਸਿਊ ਕਰਨਾ ਚਾਹੁੰਦੇ ਨੇ ਅਤੇ ਨਹੀਂ ਦੱਸ ਪਾਉਂਦੇ, ਆਪਦੇ ਮਨ ਦੇ ਵਿੱਚ ਰੱਖ ਲੈਂਦੇ ਨੇ, ਤਾਂ ਉਹਨਾਂ ਲਈ ਮੈਂ ਇਹੀ ਕਹੂੰਗੀ ਕਿ ਮੈਨੂੰ ਲੱਗਦਾ ਕਿ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਹਾਸਿਲ ਕਰਨ ਦਾ ਜ਼ਰੀਆ ਜੋ ਹੁੰਦਾ ਹੈ ਉਹ ਸਿਰਫ ਅਤੇ ਸਿਰਫ ਇਹੀ ਨਹੀਂ ਹੁੰਦਾ ਕਿ ਜੇ ਮੈਂ ਐਕਟਰ ਬਣਨਾ ਤਾਂ ਮੈਂ ਸਿਨੇਮਾ 'ਤੇ ਹੀ ਦਿਖਣੀ ਚਾਹੀਦੀ ਹਾਂ। ਤੁਸੀਂ ਉਹਨੂੰ ਆਪਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਦਾ ਰੱਖ ਸਕਦੇ ਹੋ। ਜੇ ਤੁਸੀਂ ਫੀਲ ਕਰਦੇ ਹੋ ਕਿ ਤੁਸੀਂ ਆਰਟਿਸਟ ਹੋ ਤਾਂ ਆਪਦੇ ਉਸ ਆਰਟਿਸਟ ਨੂੰ ਤੁਸੀਂ ਆਪਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਕਿਸੇ ਨਾ ਕਿਸੇ ਢੰਗ ਨਾਲ ਜ਼ਿੰਦਾ ਰੱਖ ਸਕਦੇ ਹੋ। ਕੋਸ਼ਿਸ਼ ਜ਼ਰੂਰ ਕਰੋ। ਜੇ ਤੁਸੀਂ ਕੋਈ ਮੁਕਾਮ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਕੋਸ਼ਿਸ਼ ਜ਼ਰੂਰ ਕਰੋ, ਲੇਕਿਨ ਜੇ ਸਕਸੈਸਫੁਲ ਹੁੰਦੇ ਹੋ, ਨਹੀਂ ਵੀ ਸਕਸੈਸਫੁਲ ਹੁੰਦੇ, ਆਪਦੇ ਅੰਦਰ ਦੇ ਆਰਟਿਸਟ ਨੂੰ ਫਿਰ ਵੀ ਮਰਨ ਨਾ ਦਿਓ। ਉਹਨੂੰ ਆਪਦੀ ਖੁਸ਼ੀ ਲਈ ਜ਼ਰੂਰ ਜ਼ਿੰਦਾ ਰੱਖੋ, ਆਪਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਜ਼ਿੰਦਾ ਰੱਖੋ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਛੋਟੇ ਹੁੰਦੇ ਤੋਂ ਹੀ ਮੈਨੂੰ ਪਸੰਦ ਸੀ, ਤਾਂ ਮੈਂ ਛੋਟੇ ਹੁੰਦੇ ਕਿਹੜਾ ਮੈਂ ਕੋਈ ਐਕਟਰੈਸ ਸੀਗੀ, ਲੇਕਿਨ ਮੈਨੂੰ ਫਿਰ ਵੀ ਮੈਨੂੰ ਵਧੀਆ ਲੱਗਦਾ ਸੀ। ਮੈਂ ਟੀਵੀ ਦੇਖਣਾ ਅਤੇ ਮੈਂ ਟੀਵੀ ਦੇ ਸਾਹਮਣੇ ਡਾਂਸ ਕਰਨ ਲੱਗ ਜਾਂਦੀ ਸੀ, ਕੋਈ ਪਰਫੋਰਮੈਂਸ ਦੇਖਣੀ ਉਹ ਮੈਂ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਪਰਫੋਰਮ ਕਰਨ ਲੱਗ ਜਾਂਦੀ ਸੀ। ਤਾਂ ਤੁਸੀਂ ਜੇ ਕੁਛ ਤੁਹਾਡੀ ਕਿਸਮਤ ਚੰਗੀ ਆ, ਸਭ ਕੁਛ ਵਧੀਆ ਹੁੰਦਾ, ਤੁਹਾਡੀ ਮਿਹਨਤ ਨੂੰ ਬੂਰ ਪੈਂਦੇ ਨੇ ਤਾਂ ਉਹ ਤਾਂ ਸੋਨੇ 'ਤੇ ਸੁਹਾਗਾ ਹੈ, ਬਹੁਤ ਚੰਗੀ ਗੱਲ ਹੈ। ਪਰ ਜੇ ਕਦੇ ਸਕਸੈਸ ਨਹੀਂ ਵੀ ਹਾਸਿਲ ਹੋ ਪਾਉਂਦਾ ਜ਼ਿੰਦਗੀ ਦੇ ਵਿੱਚ ਤਾਂ ਵੀ ਆਪਦੇ ਅੰਦਰ ਦੇ ਆਰਟਿਸਟ ਨੂੰ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ। ਸੋ ਵੱਡੀ ਗੱਲ ਹੈਗੀ ਹੈ ਕਿ ਆਪਣੇ ਅੰਦਰ ਦੇ ਜਿਹੜਾ ਕਲਾਕਾਰ ਹੈਗਾ ਉਹਨੂੰ ਕਦੇ ਨਹੀਂ ਮਰਨ ਦੇਣਾ ਚਾਹੀਦਾ। ਹਸਨੀਨ ਦੀ ਇਹ ਸੋਚ ਹੈਗੀ ਹੈ, ਲੇਕਿਨ ਕਈ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੁਝ ਅਜਿਹਾ ਡਰ ਬੈਠਾ ਹੁੰਦਾ, ਇੱਕ ਫੋਬੀਆ ਹੁੰਦਾ ਹੈ ਕਿ ਸ਼ਾਇਦ ਅਸੀਂ ਕਰ ਪਾਵਾਂਗੇ ਨਹੀਂ ਕਰ ਪਾਵਾਂਗੇ। ਲੇਕਿਨ ਇਸ ਪਰਿਵਾਰ ਦੇ ਵਿੱਚ ਰਹਿ ਕੇ ਹਸਨੀਨ ਨੇ ਸਾਬਿਤ ਕੀਤਾ ਹੈਗਾ ਕਿ ਜੇਕਰ ਮੁਕਾਮ ਸੋਚਿਆ ਹੋਵੇ ਬੰਦੇ ਦੇ ਮਨ ਦੇ ਵਿੱਚ ਹੋਵੇ ਜਾਂ ਫਿਰ ਜ਼ਿਹਨ ਦੇ ਵਿੱਚ ਹੋਵੇ ਕਿ ਮੈਂ ਕੰਮ ਕਰਨਾ, ਤਾਂ ਉਹ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੇ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਹਸਨੀਨ, ਇੱਕ ਮੇਰਾ ਹੋਰ ਸਵਾਲ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਆਪਣੇ ਪੰਜਾਬ ਦੇ ਬੱਚੇ ਨੇ ਜਿਹੜੇ ਧੜਾ ਧੜ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਤਾਂ ਕੀ ਲੱਗਦਾ ਹੈਗਾ ਤੁਹਾਨੂੰ, ਕਿਉਂਕਿ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਪੜ੍ਹੇ ਲਿਖੇ ਬੱਚਿਆਂ ਦੀ ਕਦਰ ਨਹੀਂ ਪੈਂਦੀ, ਜੋਬਸ ਹੈ ਨਹੀਂ, ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੇ ਪੰਜਾਬ ਦੇ ਜਿਹੜੇ ਹਾਲਾਤ ਨੇ ਇਹੋ ਜਿਹੇ ਕਰ ਦਿੱਤੇ ਨੇ? ਹੁਣ ਨਵੀਂ ਸਰਕਾਰ ਵੀ ਬਣੀ ਸੀ, ਬੇਸ਼ੱਕ ਇਹਨਾਂ ਨੇ ਕਿਹਾ ਕਿ ਅਸੀਂ ਬਹੁਤ ਕੁਝ ਕਰਾਂਗੇ, ਅੰਗਰੇਜ਼ ਇੱਥੇ ਆ ਕੇ ਨੌਕਰੀਆਂ ਕਰਨਗੇ, ਲੇਕਿਨ ਹੋ ਕੁਛ ਨਹੀਂ ਪਾਇਆ ਹੈਗਾ।
ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਸਹੀ ਡਿਸੀਜਨ ਹੈਗਾ ਉਹਨਾਂ ਦਾ, ਕਿਉਂਕਿ ਇੱਥੇ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ, ਤਾਂ ਦੂਜੇ ਪਾਸੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਹ ਵੀ ਕੋਈ ਬਾਹਲੀ ਵਧੀਆ ਨਹੀਂ ਹੈਗੀ। ਤਾਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਡਿਸੀਜਨ ਨੂੰ ਕਿ ਉਹ ਬੱਚਿਆਂ ਦਾ ਡਿਸੀਜਨ ਹੈ ਜਿਹੜਾ ਸਹੀ ਹੈ, ਜਾਂ ਫਿਰ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਇੱਥੇ ਆਪਣਾ ਜਿਹੜਾ ਲੱਕ ਹੈਗਾ ਅਜ਼ਮਾਉਣਾ ਚਾਹੀਦਾ? ਜੀ ਮੈਨੂੰ ਦੇਖੋ, ਬਿਲਕੁਲ ਪੰਜਾਬ ਸਾਡੇ ਆਪਦਾ ਦੇਸ਼ ਹੈ ਨਾ, ਸਾਡੀ ਜਨਮ ਭੂਮੀ ਹੈ, ਅਤੇ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਇੱਥੋਂ ਦੇ ਬੱਚੇ ਇੱਥੋਂ ਜਾ ਕੇ ਉੱਥੇ ਕੰਮ ਕਰ ਰਹੇ ਨੇ, ਪਰ ਉਹਨਾਂ ਦੀਆਂ ਆਪਦੀਆਂ ਮਜਬੂਰੀਆਂ ਨੇ ਅਤੇ ਜੋ ਵੀ ਸਰਕਮਸਟਾਂਸਿਸ ਹੈਗੇ ਨੇ ਕਰਨਾ ਪੈਂਦਾ ਹੈ। ਇਹਨੂੰ ਚੰਗਾ ਤਾਂ ਮੈਂ ਬਿਲਕੁਲ ਨਹੀਂ ਕਹੂੰਗੀ, ਪਰ ਇਹਨੂੰ ਸਮਝ ਜ਼ਰੂਰ ਸਕਦੀ ਹਾਂ, ਹਰ ਕੋਈ ਆਪਾਂ ਸਮਝ ਸਕਦੇ ਹਾਂ ਕਿ ਕੀ ਮਜਬੂਰੀਆਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਇਹੋ ਜਿਹੇ ਹਾਲਾਤ ਬਣਦੇ ਨੇ। ਇਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਕੋਸ਼ਿਸ਼ ਜ਼ਰੂਰ ਕਰਕੇ ਦੇਖੋ ਇੱਥੇ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਕਿ ਅਸੀਂ ਇੱਥੇ ਤਾਂ ਟਰਾਈ ਵੀ ਨਹੀਂ ਕਰਦੇ ਅਤੇ ਪਹਿਲਾਂ ਹੀ ਉੱਧਰ ਜਾ ਕੇ ਆਪਣਾ ਮਨ ਬਣਾ ਲੈਂਦੇ ਹਾਂ ਕਿ ਉੱਥੇ ਜਾ ਕੇ ਸੈੱਟ ਹੋਣਾ, ਉੱਥੇ ਜਾ ਕੇ ਮਿਹਨਤ ਕਰਨੀ ਹੈ। ਜਿੰਨੀ ਮਿਹਨਤ ਅਸੀਂ ਉੱਥੇ ਜਾ ਕੇ ਕਰਦੇ ਹਾਂ, ਇੱਕ ਵਾਰੀ ਅਸੀਂ ਕੋਸ਼ਿਸ਼ ਕਰਕੇ ਉਨੀ ਮਿਹਨਤ ਇੱਥੇ ਵੀ ਕਰਕੇ ਦੇਖੀਏ। ਅਤੇ ਸਰਕਾਰ ਤੋਂ ਮੈਂ ਇਹ ਉਮੀਦ ਰੱਖਦੀ ਹਾਂ ਕਿ ਹਾਲੇ ਚਲੋ ਕੁਝ ਜ਼ਿਆਦਾ ਟਾਈਮ ਨਹੀਂ ਹੋਇਆ ਹੈਗਾ, ਅਤੇ ਹਾਲੇ ਤਾਂ 4-4.5 ਸਾਲ ਬਾਕੀ ਨੇ। ਸਰਕਾਰ ਤੋਂ ਮੈਂ ਉਮੀਦ ਰੱਖਦੀ ਹਾਂ ਕਿ ਵਾਕਈ ਪੰਜਾਬ ਦੀ ਇਹੋ ਜਿਹੀ ਸਥਿਤੀ ਬਣਾਉਣ ਕਿ ਇੱਥੇ ਦੇ ਬੱਚਿਆਂ ਨੂੰ ਇੱਥੇ ਹੀ ਰਹਿਣਾ ਪਵੇ, ਉਹਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ ਅਤੇ ਇੱਥੇ ਹੀ ਉਹ ਇੱਕ ਸੁਹਾਣੀ ਜ਼ਿੰਦਗੀ ਬਤੀਤ ਕਰ ਸਕਣ। ਹਸਨੀਨ, ਲੇਕਿਨ ਇੱਕ ਬਹੁਤ ਵੱਡੀ ਹੁਣ ਜਿਹੜੀ ਇਹ ਘਟਨਾ ਵਾਪਰੀ ਆ ਉਹਨੇ ਇੱਕ ਹੋਰ ਮੈਸੇਜ ਦਿੱਤਾ ਹੈਗਾ, ਜਿਸ ਤਰ੍ਹਾਂ ਦੇ ਨਾਲ ਸ਼ੁਭਦੀਪ ਸਿੱਧੂ ਦੀ ਗੱਲ ਕਰ ਲਈਏ ਆਪਾਂ, ਸਿੱਧੂ ਮੂਸੇਵਾਲਾ ਜੋ ਕਿ ਕੈਨੇਡਾ ਪੜ੍ਹਨ ਦੇ ਲਈ ਵੀ ਗਿਆ, ਆਪਣਾ ਕੈਰੀਅਰ ਸ਼ੁਰੂ ਕੀਤਾ, ਲੇਕਿਨ ਉਹ ਆਪਣੀ ਮਿੱਟੀ ਦਾ ਮੋਹ ਨਹੀਂ ਛੱਡ ਪਾਇਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮਿੱਟੀ ਦਾ ਮੋਹ ਹੁੰਦਾ ਜਿਹੜਾ, ਇਹ ਛੇਤੀ ਬੰਦੇ ਦੀ ਜਾਨ ਨਹੀਂ ਛੱਡਦਾ ਹੈਗਾ। ਵਾਪਸ ਆਇਆ, ਆ ਕੇ ਖੇਤੀਬਾੜੀ ਵੀ ਕੀਤੀ, ਬਿਲਕੁਲ ਨੋਰਮਲ ਲਾਈਫ ਜੀਣਾ ਚਾਹੁੰਦਾ ਸੀ, ਨੋਰਮਲ ਲਾਈਫ ਦੇ ਵਿੱਚ ਵਿਚਰ ਰਿਹਾ ਸੀ, ਆਪ ਹੀ ਖੇਤੀ ਕਰਦਾ ਸੀਗਾ, ਲੇਕਿਨ ਕਿਤੇ ਨਾ ਕਿਤੇ ਇੱਕ ਮੈਸੇਜ ਅਜਿਹਾ ਚਲਾ ਗਿਆ ਉਹਦੇ ਨਾਲ ਕਿ ਜੇਕਰ ਅੱਜ ਸਿੱਧੂ ਮੂਸੇਵਾਲਾ ਕੈਨੇਡਾ 'ਚ ਹੁੰਦਾ, ਸ਼ਾਇਦ ਜਿੰਦਾ ਹੁੰਦਾ, ਜੇ ਮਿੱਟੀ ਦਾ ਮੋਹ ਛੱਡਿਆ ਹੁੰਦਾ। ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਮੈਸੇਜ ਗਿਆ ਜਿਹੜਾ, ਇਸ ਮੈਸੇਜ ਦੇ ਨਾਲ ਕਿੰਨਾ ਕੁ ਫਰਕ ਪਊਗਾ? ਕਿਉਂਕਿ ਯੂਥ ਹੈ ਜਿਹੜਾ, ਉਹਦੇ ਮਨ ਦੇ ਵਿੱਚ ਹੁਣ ਇੱਕ ਵੱਡਾ ਡਰ ਪੈਦਾ ਹੋ ਗਿਆ ਕਿ ਜੇਕਰ ਅਸੀਂ ਪ੍ਰਸਿੱਧ ਹੁੰਦੇ ਹਾਂ, ਜੇ ਸਾਡੀ ਪਬਲਿਸਿਟੀ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਸਾਡੀ ਜਾਨ ਹੈ ਜਿਹੜੀ ਉਹ ਦਾਅ 'ਤੇ ਲੱਗ ਜਾਂਦੀ ਹੈ। ਜੀ ਇਹ ਤਾਂ ਬਿਲਕੁਲ ਸੱਚ ਹੈ ਕਿ ਜ਼ਰੂਰ ਯੂਥ ਦੇ ਵਿੱਚ ਇਹ ਮੈਸੇਜ ਗਿਆ ਹੈ ਕਿ ਪੰਜਾਬ ਸੇਫ ਨਹੀਂ ਰਿਹਾ ਹੈਗਾ, ਅਤੇ ਜਾਂ ਫਿਰ ਇੱਥੇ ਕੁਛ ਵੀ ਨਹੀਂ ਰਿਹਾ ਹੈਗਾ। ਇਹ ਜ਼ਰੂਰ ਗਿਆ ਹੈ ਮੈਸੇਜ, ਅਤੇ ਚਾਹੇ ਹੁਣ ਦੀ ਸਥਿਤੀ ਕਹਿ ਲਓ, ਚਾਹੇ ਪਹਿਲਾਂ ਦੀਆਂ ਕੁਝ ਘਟਨਾਵਾਂ ਕਹਿ ਲਓ, ਤਾਂ ਸਮੇਂ ਤੋਂ ਬਾਅਦ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਹੀ ਰਹਿੰਦਾ ਹੈ। ਅਤੇ ਦਿਲ ਤਾਂ ਬਿਲਕੁਲ ਵੀ ਨਹੀਂ ਕਹਿੰਦਾ ਹੈਗਾ ਕਿ ਇਹੋ ਜਿਹਾ ਕੁਛ ਹੋਵੇ। ਅਸੀਂ ਚਾਹੁੰਦੇ ਹਾਂ ਕਿ ਹਾਲਾਤ ਸੁਧਰਨ, ਸਭ ਕੁਛ ਵਧੀਆ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਐਂ ਲੱਗਦਾ ਹੈ ਕਿ ਬਾਹਰ ਕਿਹੜਾ ਕ੍ਰਾਈਮ ਪੂਰਾ ਕੰਟਰੋਲ ਦੇ ਵਿੱਚ ਹੈਗਾ। ਜੇ ਤੁਸੀਂ ਗੱਲ ਕਰੋ ਤਾਂ ਉੱਥੇ ਵੀ ਗੋਲੀਬਾਰੀ ਹੁੰਦੀ ਹੈ, ਉੱਥੇ ਵੀ ਗੈਂਗਸਟਰਸ ਹੈਗੇ ਨੇ, ਅਤੇ ਉੱਥੇ ਵੀ ਕ੍ਰਾਈਮ ਐਗਜ਼ਿਸਟ ਕਰਦਾ ਹੈ। ਅਤੇ ਉਹ ਚੀਜ਼ ਦੇ ਵਿੱਚ ਮੈਂ ਐਵੇਂ ਨਹੀਂ ਕਹਿੰਦੀ ਵੀ ਇੱਥੇ ਵੱਧ ਹੈ ਉੱਥੇ ਘੱਟ ਹੈ, ਇਹੋ ਜਿਹਾ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦੀ, ਲੇਕਿਨ ਇੱਕ ਜੋ ਮਿੱਟੀ ਦਾ ਮੋਹ ਹੈ ਉਹ ਵਾਕਈ ਛੱਡਣਾ ਬਹੁਤ ਔਖਾ ਹੈ। ਅਤੇ ਬਸ ਇੱਕ ਉਮੀਦ ਹੀ ਹੈ ਕਿ ਇੱਥੇ ਹਾਲਾਤ ਸੋਹਣੇ ਹੋ ਜਾਣ ਅਤੇ ਕਿਸੇ ਨੂੰ ਨਾ ਜਾਣਾ ਪਵੇ। ਪਰ ਇਹ ਆਈ ਥਿੰਕ ਤੁਹਾਡੀ ਆਪਦੀ ਪਰਸਨਲ ਚੋਇਸ 'ਤੇ, ਐਟ ਦੀ ਐਂਡ ਆਫ ਦ ਡੇ ਤੁਹਾਡੀ ਪਰਸਨਲ ਚੋਇਸ 'ਤੇ ਗੱਲ ਆ ਜਾਂਦੀ ਹੈ ਕਿ ਤੁਸੀਂ ਕੀ ਚੂਜ਼ ਕਰਦੇ ਹੋ। ਤੁਸੀਂ ਆਪਦੇ ਘਰਦਿਆਂ ਤੋਂ ਦੂਰ ਰਹਿ ਕੇ, ਆਪਦੀ ਮਿੱਟੀ ਤੋਂ ਦੂਰ ਰਹਿ ਕੇ ਉੱਥੇ ਇੱਕ ਚੰਗੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ, ਤਾਂ ਇਹਦੇ ਵਿੱਚ ਕੋਈ ਹਰਜ ਨਹੀਂ ਹੈ, ਉਹ ਤੁਹਾਡੀ ਚੋਇਸ ਆ, ਤੁਸੀਂ ਕਰ ਸਕਦੇ ਹੋ। ਪਰ ਜੇ ਤੁਸੀਂ ਉੱਥੇ ਨਹੀਂ ਰਹਿਣਾ ਚਾਹੁੰਦੇ, ਤੁਸੀਂ ਫਿਰ ਵੀ ਇੱਥੇ ਰਹਿਣਾ ਚਾਹੁੰਦੇ, ਹਰ ਕਿਸੇ ਦੇ ਆਪਦੇ ਚੈਲੰਜਸ ਨੇ ਦੋਨੋਂ ਪਾਰਟਸ ਦੇ, ਅਤੇ ਉਹ ਵੀ ਤੁਸੀਂ ਕਰ ਸਕਦੇ ਹੋ। ਪਰ ਉਮੀਦ ਬਿਲਕੁਲ ਇਹੀ ਰਹੂਗੀ ਕਿ ਪੰਜਾਬ ਦੇ ਹਾਲਾਤ ਸੁਧਰਨ, ਇੱਥੋਂ ਦੀ ਸਥਿਤੀ ਸੁਧਰੇ, ਅਤੇ ਅਸੀਂ ਜੋ ਪੰਜਾਬੀ ਧੀ ਪੁੱਤ ਹੈਗੇ ਹਾਂ ਉਹ ਇੱਥੇ ਬੈਠ ਕੇ ਆਪਦੇ ਪੰਜਾਬ ਦੀ ਨੁਹਾਰ ਨੂੰ ਸੋਹਣਾ ਬਣਾ ਸਕੀਏ। ਹਸਨੀਨ ਕੀ ਚਾਹੁੰਦੇ ਨੇ? ਹਸਨੀਨ ਅਬਰੋਡ ਜਾ ਕੇ ਰਹਿਣਾ ਚਾਹੁੰਦੇ ਨੇ ਜਾਂ ਫਿਰ ਪੰਜਾਬ ਦੇ ਵਿੱਚ ਹੀ, ਪੰਜਾਬ ਦੀ ਮਿੱਟੀ ਦੇ ਨਾਲ ਜਿਹੜਾ ਮੋਹ ਨਜ਼ਰ ਆ ਰਿਹਾ ਤੁਹਾਡੇ ਅੰਦਰ, ਕਿ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ? ਕਿਉਂਕਿ ਬਹੁਤ ਸਾਰੀਆਂ ਮੂਵੀਜ਼ ਹੁੰਦੀਆਂ, ਉਹਨਾਂ ਦੀ ਜਿਹੜੀ ਪਿਕਚਰਾਈਜੇਸ਼ਨ ਹੁੰਦੀ ਆ ਉਹ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ, ਤਾਂ ਕਈ ਵਾਰੀ ਪਰਿਵਾਰ ਦਾ ਵੀ ਹੁੰਦਾ ਵੀ ਬੇਟਾ ਤੁਸੀਂ ਚਲੋ ਕੋਈ ਨਹੀਂ ਵਿਦੇਸ਼ 'ਚ ਸੈਟਲ ਹੋ ਜਾਓ, ਤਾਂ ਤੁਸੀਂ ਕਿਸ ਚੀਜ਼ ਨੂੰ ਪ੍ਰੈਫਰ ਕਰਦੇ ਹੋ? ਜੀ ਬਿਲਕੁਲ, ਅੱਜ ਦੇ ਟਾਈਮ ਦੇ ਉੱਤੇ ਤਾਂ ਮੈਂ ਇਹੀ ਪ੍ਰੈਫਰ ਕਰਦੀ ਹਾਂ ਕਿ ਮੈਂ ਪੰਜਾਬ ਰਹਾਂ, ਪਰ ਮੈਂ ਕੋਈ ਸਰਟਨਲੀ ਨਹੀਂ ਕਹਿ ਸਕਦੀ ਹੈਗੀ ਕਿ 5 ਸਾਲ ਬਾਅਦ ਵੀ ਮੇਰੀ ਆਹੀ ਚੋਇਸ ਹੋਊਗੀ। ਪਰ ਅੱਜ ਦੇ ਟਾਈਮ 'ਤੇ ਜ਼ਰੂਰ ਮੈਂ ਇੱਕ ਵਾਰੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਵਾਰ ਤਾਂ ਮੈਂ ਇੱਥੇ ਰਹਿ ਕੇ ਹੀ ਸਭ ਕੁਝ ਕੋਸ਼ਿਸ਼ ਕਰਕੇ ਦੇਖਣਾ ਚਾਹੁੰਦੀ ਹਾਂ, ਪਰ
ਇਹ ਮੈਂ ਕੋਈ ਕਹਿ ਨਹੀਂ ਸਕਦੀ ਕਿ ਕੱਲ ਨੂੰ ਵੀ ਮੇਰਾ ਓਪੀਨੀਅਨ ਇਹੀ ਰਹੂਗਾ, ਕਿਉਂਕਿ ਸਾਨੂੰ ਆਉਣ ਵਾਲੇ ਸਮੇਂ ਦਾ ਨਹੀਂ ਪਤਾ, ਸਾਨੂੰ ਆਉਣ ਵਾਲੇ ਹਾਲਾਤਾਂ ਦਾ ਨਹੀਂ ਪਤਾ। ਪਰ ਅੱਜ ਦੇ ਟਾਈਮ 'ਤੇ ਮੈਂ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿ ਕੇ ਬਹੁਤ ਖੁਸ਼ ਹਾਂ। ਤਾਂ ਹਸ਼ਨੀਨ, ਤੁਸੀਂ ਸਾਨੂੰ ਗੱਲਬਾਤ ਲਈ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਟੂ ਯੂ। ਸੋ ਇਹ ਉਹ ਪਟਿਆਲਾ ਦੀ ਧੀ ਹੈ ਜਿਹਨੇ ਪਟਿਆਲਾ ਦਾ ਨਾਂ ਰੌਸ਼ਨ ਕੀਤਾ ਔਰ ਉਸ ਵੱਡੇ ਪੱਧਰ 'ਤੇ ਰੌਸ਼ਨ ਕੀਤਾ ਹੈ। ਜੇਕਰ ਗੱਲ ਕਰ ਲਈਏ ਕਿ ਪੰਜਾਬੀ ਫਿਲਮਾਂ ਦੀ ਜੇਕਰ ਗੱਲ ਕਰ ਲਈਏ, ਪੰਜਾਬੀ ਫਿਲਮਾਂ ਦੇ ਵਿੱਚ ਇੱਕ ਮੁਕਾਮ ਹਾਸਿਲ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਲੇਕਿਨ ਇਸ ਧੀ ਨੇ ਬਿਨਾਂ ਕੋਈ ਥੀਏਟਰ ਦਾ ਜਿਹੜੀ ਪੜ੍ਹਾਈ ਕੀਤੇ ਬਿਨਾਂ, ਜਾਂ ਫਿਰ ਉਸ ਸਮੇਂ ਥੀਏਟਰ ਦਾ ਤਜਰਬਾ ਵੀ ਨਹੀਂ ਸੀਗਾ, ਲੇਕਿਨ ਸਕੂਲ ਤੋਂ ਨਿਕਲਣ ਤੋਂ ਬਾਅਦ ਕਿਤੇ ਨਾ ਕਿਤੇ ਇਸ ਪਲੇਟਫਾਰਮ ਨੂੰ ਚੁਣਿਆ ਔਰ ਉਸ ਦੇ ਉੱਤੇ ਆਪਣਾ ਇੱਕ ਨਾਂ ਵੀ ਬਣਾਇਆ। ਤਾਂ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪਟਿਆਲੇ ਦੀਆਂ ਬਹੁਤ ਸਾਰੀਆਂ ਅਜਿਹੀਆਂ ਧੀਆਂ ਨੇ ਜਿਨ੍ਹਾਂ ਨੇ ਆਪਣੇ ਮਾਂ-ਬਾਪ ਦਾ ਨਾਂ ਤਾਂ ਰੌਸ਼ਨ ਕੀਤਾ ਹੀ ਹੈ, ਨਾਲ ਹੀ ਆਪਣੇ ਜ਼ਿਲ੍ਹੇ ਦਾ ਨਾਂ, ਆਪਣੇ ਸੂਬੇ ਦਾ ਨਾਂ ਅਤੇ ਆਪਣੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ। ਤਾਂ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਜਿਹੀਆਂ ਧੀਆਂ ਨੇ ਜਿਹੜੀਆਂ ਉਹਨਾਂ ਨੂੰ ਤੁਹਾਡੇ ਸਮੇਂ-ਸਮੇਂ 'ਤੇ ਰੂਬਰੂ ਕਰਦੇ ਰਹੀਏ। ਤੁਸੀਂ ਦੇਖਦੇ ਰਹੋ TV ਪੰਜਾਬ। ਮੈਨੂੰ ਦਿਓ ਇਜਾਜ਼ਤ। ਧੰਨਵਾਦ।